चलो ਹੁਣ ਇਹਨੂੰ ਸੋਲਵ ਕਰਦੇ ਹਾਂ ਆਪਾਂ। ਵੈਲਿਊ ਵੀ ਕੱਢਾਂਗੇ ਇਹਦੀ। ਜੇ ਤੁਹਾਨੂੰ ਯਾਦ ਹੋਵੇ ਪੜ੍ਹਦੇ ਹੋ ਘਰੇ ਬਹਿ ਕੇ ਤਾਂ ਐਫ ਵੈਕਟਰ ਦੀ ਵੈਲਿਊ ਕਿੰਨੀ ਹੁੰਦੀ ਸੀਗੀ? ਜੀ ਐਮ ਐਮ ਅਪੋਨ ਆਰ ਸਕੁਅਰ ਆਹੀ ਹੁੰਦੀ ਸੀ ਵੈਲਿਊ। ਗ੍ਰੈਵਿਟੇਸ਼ਨਲ ਫੀਲਡ ਇੰਟੈਂਸਿਟੀ ਕਿਹਦੇ ਇਕੁਅਲ ਹੈ? E ਵੈਕਟਰ ਇਜ਼ ਇਕੁਅਲ ਟੂ ਐਫ ਵੈਕਟਰ ਅਪੋਨ ਐਮ। ਐਫ ਵੈਕਟਰ ਅਪੋਨ ਐਮ। ਇੱਥੇ ਐਫ ਵੈਕਟਰ ਦੀ ਵੈਲਿਊ ਪੁੱਟ ਕਰ ਦੋ, ਜੀ ਐਮ ਐਮ ਅਪੋਨ ਆਰ ਸਕੁਅਰ डिवाइडेड बाय एम। एम ना एम कैंसल हो गया, की आंसर आ गया? लो भी आंसर की आ गया जी एम अपॉन आर स्क्वायर। आंसर आ गया थोड़े को जी एम अपॉन आर स्क्वायर। इत्थे खत्म। ਹੁਣ ਧਿਆਨ ਨਾਲ ਸੋਚ ਕੇ ਦੱਸੋ ਵਿਭੂਤੀ ਆ ਹੋਰ ਕਿਹਦਾ ਆਨਸਰ ਸੀਗਾ? ਆ ਹੋਰ ਕਿਹਦਾ ਆਨਸਰ ਸੀਗਾ? ਜੀ ਐਮ ਅਪੋਨ ਆਰ ਸਕੁਅਰ। एक्सेलरेशन ड्यू टू ग्रेविटी। एक्सेलरेशन ड्यू टू ग्रेविटी का मतलब स्मॉल जी का आंसर सी। हाँ किहदा आंसर सीगा? स्मॉल जी। पेपर च आऊगा प्रूव डैट इलैक्ट्रिक फील्ड हाँ ग्रेविटेशनल फील्ड इंटेंसिटी इक्वल टू द एक्सेलरेशन ड्यू टू ग्रेविटी। पेपर च क्वेश्चन आही आऊगा प्रूव करो कि ग्रेविटेशनल फील्ड इंटेंसिटी एक्सेलरेशन ड्यू टू ग्रेविटी के इक्वल होंगी है। देखो करते ना इक्वल प्रूफ। कोई ये रट्टा मारने वाली गल नहीं। पिछे आ चीज़ की सी फार्मूला की है ग्रेविटेशनल फील्ड इंटेंसिटी का एफ अपॉन एम। एफ वाली वैल्यू पुट करती, एम नाल एम कैंसल, आ रह गया आंसर। आहा होर किहदा आंसर होंदा? जी का। इथों की प्रूव हो गया कि आहा ग्रेविटेशनल फील्ड इंटेंसिटी इक्वल टू द जी। लो भी देखो आ तीनों स्टैप। बाकी आज पता नहीं कितने रह गए। लग गया पता? विभूति सर लग गया पता। हुण अगे देखियो ਇਹ ਤੋਂ ਬਾਅਦ ਆਂਦਾ है 2 ਮਿੰਟ ਵੇਟ ਕਰ ਲਓ ਬਾਕੀ ਵੀ ਆ ਜਾਣ 6 ਵਜੇ ਤੱਕ ਕਈਆਂ ਨੇ ਖਾਣਾ ਹੁੰਦਾ। ਇਹ ਤੋਂ ਬਾਅਦ ਆਪਣਾ ਟੌਪਿਕ ਦਾ ਨੇਮ ਹੁੰਦਾ ਗ੍ਰੈਵਿਟੇਸ਼ਨਲ पोटेंशियल एनर्जी। ग्रेविटेशनल पोटेंशियल एनर्जी ये पक्का पेपर च आंदा ही आंदा हुंदा टॉपिक 3 नंबर च। ग्रेविटेशनल पोटेंशियल एनर्जी पहला भी करवाया होया है। एक दो को नहीं आया गुरकमल यशिका चलो आ दस्यो मैं क्वेश्चन पूछ लेना तुहाडे तो। विभूति हाइट नाल एक्सेलरेशन ड्यू टू ग्रेविटी डिक्रीज होंदी है इंक्रीज होंदी है? हाइट नाल ड्यू टू हाइट एक्सेलरेशन ड्यू टू ग्रेविटी इंक्रीज या डिक्रीज? डिक्रीज। डेप्थ नाल मनिंदर डेप्थ नाल इंक्रीज या डिक्रीज? ठीक है। रोटेशन नाल की होंदी है? इंक्रीज या डिक्रीज? मनिंदर रोटेशन नाल अर्थ की डिक्रीज। रोटेशन नालों बढ़ती है जी। रोटेशन नाल बढ़ती है पक्का? विभूति सीखा रोटेशन नाल एक्सेलरेशन ड्यू टू ग्रेविटी इंक्रीज होंदी है? डिक्रीज सर। मैक्सिमम तो पुत अर्थ के सरफेस ते ही होंदी है, चाहे ऊपर चल जाओ अर्थ के चाहे अर्थ के नीचे चल जाओ
ਤਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹਮੇਸ਼ਾ ਡਿਕਰੀਜ਼ ਹੀ ਹੋਊਗੀ, ਹਮੇਸ਼ਾ क्या होगी, डिक्रीज ही होगी। याद रख लो मैक्सिमम अर्थ ਦੇ ਸਰਫੇਸ ਤੇ ਹੀ ਹੁੰਦੀ ਹੈ, ਚਾਹੇ ਉੱਪਰ ਚਲ ਜਾਓ ਚਾਹੇ ਨੀਚੇ ਆ ਜਾਓ, ਠੀਕ ਹੈ। ਕੀ ਹੋਊਗੀ, ਡਿਕਰੀਜ਼ ਹੀ ਹੋਊਗੀ, ਸਰਫੇਸ ਤੇ ਹੀ ਮੈਕਸਿਮਮ ਹੁੰਦੀ ਹੈ ਜਿਹਦੀ ਵੈਲਿਊ ਹੁੰਦੀ ਹੈ gm/r²। ਤੁਹਾਨੂੰ ਕੱਢ ਵੀ ਦਿੱਤੀ ਸੀ ਮੈਨੇ। ਹੁਣ ਇੱਕ ਚੀਜ਼ ਹੋਰ ਦੱਸੋ, ਇਕੁਏਟਰਸ ਤੇ ਜ਼ਿਆਦਾ ਹੁੰਦੀ ਹੈ ਪੋਲ ਤੇ ਜ਼ਿਆਦਾ ਹੁੰਦੀ ਹੈ ਗ੍ਰੈਵਿਟੀ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਸੌਰੀ, ਕਿੱਥੇ ਹੁੰਦੀ ਹੈ, ਪੋਲ ਤੇ ਜ਼ਿਆਦਾ ਇਕੁਏਟਰ ਤੇ ਜ਼ਿਆਦਾ? ਗ੍ਰੈਵਿਟੀ ਪੋਲ ਤੇ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਪੋਲ ਦਾ ਰੇਡੀਅਸ ਘੱਟ ਹੁੰਦਾ ਹੈ। ਪੋਲ ਦਾ ਰੇਡੀਅਸ ਕਿਆ ਹੁੰਦਾ ਹੈ, ਘੱਟ ਹੁੰਦਾ। ਵੈਰੀ ਗੁੱਡ। ਗ੍ਰੈਵਿਟੀ ਕਿੱਥੇ ਜ਼ਿਆਦਾ ਹੁੰਦੀ ਹੈ, ਪੋਲ ਤੇ ਜ਼ਿਆਦਾ ਹੁੰਦੀ ਹੈ ਕਿਉਂਕਿ ਪੋਲ ਦਾ ਰੇਡੀਅਸ ਕਿਆ ਹੁੰਦਾ ਹੈ, ਘੱਟ। ਚਲੋ ਵੀ ਕੁਐਸਚਨ ਹੋਰ ਦੱਸ ਦੋ ਇੱਕ। ਜੇ ਇੱਕ ਤੁਹਾਨੂੰ ਮੈਂ ਉਹ ਸਪੈਸ਼ਲ ਕੇਸ ਕਰਾਈ ਨਹੀਂ ਸੀ, ਸਪੈਸ਼ਲ ਕੇਸ ਦੇਖ ਲਓ, ਸ਼ਾਇਦ ਦਿਮਾਗ ਤੋਂ ਨਿਕਲ ਗਿਆ ਮੇਰੇ। ਵੈਲਿਊ ਕੀ ਨਿਕਲੀ ਸੀ, g ਇਕੁਅਲ ਟੂ g ਮਾਈਨਸ r ਓਮੇਗਾ ਸਕੇਅਰ cos ਸਕੇਅਰ ਲੈਮਡਾ। ਆਹੀ ਸੀ ਨਾ ਆਂਸਰ, ਦੇਖੋ ਸਾਰੇ ਜਾਣੇ ਆਹੀ ਆਂਸਰ ਸੀਗਾ। ਇਹਨੂੰ ਇਕੁਏਸ਼ਨ ਨੰਬਰ 1 ਦਿਓ। ਯੈਸ ਸਰ। ਉਸ ਤੋਂ ਬਾਅਦ ਪਹਿਲਾਂ ਆਪਾਂ ਗੱਲ ਕਰਾਂਗੇ ਐਟ ਇਕੁਏਟਰ। ਐਟ ਇਕੁਏਟਰ, ਇਕੁਏਟਰ ਤੇ ਹੁੰਦਾ ਪੁੱਤਰ ਲੈਮਡਾ 0 ਡਿਗਰੀ। ਇੱਥੇ 0 ਪੁੱਟ ਕਰ ਦੋ, g ਡੈਸ਼ ਇਕੁਅਲ ਟੂ g ਮਾਈਨਸ r ਓਮੇਗਾ ਸਕੇਅਰ cos ਸਕੇਅਰ 0। ਇਹਦੇ ਪੈਚ e ਪਾਓ। cos 0 ਹੁੰਦਾ 1, cos 0 ਕਿਆ ਹੁੰਦਾ 1। ਆਂਸਰ ਕੀ ਬਣ ਗਿਆ ਤੁਹਾਡੇ ਕੋਲ, g ਮਾਈਨਸ r ਓਮੇਗਾ ਸਕੇਅਰ। ਇਹਨੂੰ ਨੰਬਰ 1 ਦੇ ਦਿਓ, ਇਹਨੂੰ ਨੰਬਰ ਕੀ ਦੇਤਾ 1। ਪੋਲਸ ਤੇ ਹੁਣ ਆਓ ਪੋਲਸ। ਐਟ ਪੋਲ ਲੈਮਡਾ ਹੁੰਦਾ 90 ਡਿਗਰੀ, ਲੈਮਡਾ ਕਿੰਨਾ ਹੁੰਦਾ 90 ਡਿਗਰੀ। ਹੁਣ ਇੱਥੇ 90 ਪੁੱਟ ਕਰੋ, ਇਹਨੂੰ g ਤੇ ਪੈਚ p ਕਹਿ ਦਿਓ, r ਓਮੇਗਾ ਸਕੇਅਰ cos ਸਕੇਅਰ 90 ਤੇ ਆ ਚੀਜ਼ ਰੱਖਿਓ cos 90 ਹੁੰਦਾ 0। ਆ ਸਾਰੀ ਟਰਮ 0 ਬਣ ਗਈ। ਕੀ ਆਂਸਰ ਆ ਗਿਆ, gp ਇਕੁਅਲ ਟੂ g। ਲੋ ਵੀ ਇਕੁਏਸ਼ਨ 2। ਆ ਦੋਨੋਂ ਇਕੁਏਸ਼ਨਸ ਨੂੰ ਮਾਈਨਸ ਕਰ ਦੋ, ge ਮਾਈਨਸ gp ਇਕੁਅਲ ਟੂ g ਮਾਈਨਸ r ਓਮੇਗਾ ਸਕੇਅਰ ਮਾਈਨਸ g ਨਾਲ g ਕੈਂਸਲ, ਮਾਈਨਸ ਜਦੋਂ ਕਾਮਨ ਲੈ ਲਓ ਉਧਰ ਐਡਜਸਟ ਕਰ ਲਓ। ਆਂਸਰ ਕੀ ਬਣ ਗਿਆ, gp ਮਾਈਨਸ ge ਇਕੁਅਲ ਟੂ r ਓਮੇਗਾ ਸਕੇਅਰ। ਲੋ ਆ ਵੀ ਇੱਕ ਨੂਮੈਰੀਕਲਸ ਯੂਜ਼ ਹੋਣਗੇ ਜਦੋਂ ਕਰਾਂਗੇ ਆਪਾਂ। ਦੇਖੋ ਸਾਰੇ ਸਟੈਪਸ, ਇਹ ਸਪੈਸ਼ਲ ਕੇਸਿਸ ਸੀਗੇ। ਵਿਭੂਤੀ ਆ ਕਲੀਅਰ ਹੈ ਸਕਰੀਨ? ਮਨਿੰਦਰ, ਸ਼ੀਖਾ? ਹਾਂਜੀ यस सर। ਇਹ ਸਪੈਸ਼ਲ ਕੇਸਿਸ ਨੇ ਉਸ ਆਰਟੀਕਲ ਤੋਂ ਬਾਅਦ। ਦੇਖੋ ਕਿਵੇਂ ਸੋਲਵ ਕਰੇ। ਇਕੁਏਟਰਸ ਤੇ ਲੈਮਡਾ ਯਾਦ ਰੱਖਣਾ ਹਮੇਸ਼ਾ 0 ਹੁੰਦਾ ਹੈ, ਪੋਲ ਤੇ ਲੈਮਡਾ ਹੁੰਦਾ 90 ਡਿਗਰੀ। ਦੋਨੋਂ ਇਕੁਏਸ਼ਨ 'ਚ ਪੁੱਟ ਕਰਕੇ ਆਂਸਰ ਬਣਾ ਲਏ, ਦੋਨਾਂ ਨੂੰ ਮਾਈਨਸ ਕਰ ਲਿਆ ਇਕੁਏਸ਼ਨਸ ਨੂੰ, ਆ ਆਂਸਰ ਆ ਗਿਆ। अच्छा पेपर ना हो तार लिया। चलो भी कर रहे हो। ਹੁਣ ਕਰਦੇ हैं ग्रेविटेशनल पोटेंशियल एनर्जी। ग्रेविटेशनल पोटेंशियल एनर्जी ਹੁਣ ਧਿਆਨ ਨਾਲ ਸਮਝਿਓ ਆ ਚੀਜ਼। ग्रेविटेशनल पोटेंशियल एनर्जी ਆ ਲੋ ਵੀ ਅਰਥ ਬਣਾਓ ਪਹਿਲਾਂ ਤਾਂ ਇੱਕ, ਠੀਕ ਹੈ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਹੁੰਦੀ ਕੀ ਹੈ, ਦੇਖੋ ਹੁਣ ਧਿਆਨ ਨਾਲ। ਕਹਿੰਦੇ ਤੁਸੀਂ ਕਿਸੇ ਮਾਸ ਨੂੰ ਇਨਫਿਨਿਟੀ ਤੋਂ ਚੱਕਿਆ, ਇਨਫਿਨਿਟੀ ਤੋਂ ਚੱਕ ਕੇ ਕਿਸੇ ਪੁਆਇੰਟ ਤੇ ਲਿਆਏ, ਇਨਫਿਨਿਟੀ ਤੋਂ ਚੱਕ ਕੇ ਕਿਸੇ ਪੁਆਇੰਟ ਤੇ ਲਿਆਏ। ਉਹ ਪੁਆਇੰਟ ਕਿੱਥੇ ਪਿਆ, ਗ੍ਰੈਵਿਟੇਸ਼ਨਲ ਫੀਲਡ 'ਚ ਪਿਆ। ਕਿੱਥੇ ਪਿਆ, ਗ੍ਰੈਵਿਟੇਸ਼ਨਲ ਫੀਲਡ 'ਚ। ਧਿਆਨ ਨਾਲ ਸੁਣੋ, ਕਿਸੇ ਮਾਸ ਨੂੰ ਤੁਸੀਂ ਇਨਫਿਨਿਟੀ ਤੋਂ ਚੱਕਿਆ,
ਕਿੱਥੇ ਲੈ ਕੇ ਆ ਗਏ? ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਲੈ ਆਏ। ਕਿੱਥੇ ਲੈ ਆਏ? ਗ੍ਰੈਵਿਟੇਸ਼ਨਲ ਫੀਲਡ 'ਚ। ਜਿੰਨਾ ਇੱਥੋਂ ਤੇ ਇੱਥੇ ਤੱਕ ਚੱਕ ਕੇ ਲਿਆਉਣ 'ਚ ਤੁਸੀਂ ਵਰਕ ਕਰਿਆ, ਕੀ ਕਰਿਆ? ਵਰਕ ਕਰਿਆ, ਉਹਨੂੰ ਕੀ ਬੋਲਦੇ ਆ ਤੁਸੀਂ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਕੀ ਬੋਲਦੇ ਆ ਆਪਾਂ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਇੱਕ ਵਾਰ ਦੁਬਾਰਾ ਦੇਖ ਲਓ। ਕਿਸੇ ਮਾਸ ਨੂੰ ਤੁਸੀਂ ਇਨਫਿਨਿਟੀ ਤੋਂ ਚੱਕਿਆ, ਕਿਸੇ ਮਾਸ ਨੂੰ ਤੁਸੀਂ ਕਿੱਥੋਂ ਚੱਕਿਆ? ਇਨਫਿਨਿਟੀ ਤੋਂ ਚੱਕਿਆ, ਉਹਨੂੰ ਕਿਸੇ ਪੁਆਇੰਟ ਤੇ ਲਿਆਏ। ਉਹ ਪੁਆਇੰਟ ਪਿਆ ਕਿੱਥੇ ਹੈ? ਗ੍ਰੈਵਿਟੇਸ਼ਨਲ ਫੀਲਡ 'ਚ ਪਿਆ। ਕਿੱਥੇ ਪਿਆ? ਗ੍ਰੈਵਿਟੇਸ਼ਨਲ ਫੀਲਡ 'ਚ। ਜਿੰਨਾ ਤੁਸੀਂ ਇੱਥੋਂ ਦੀ ਇੱਥੇ ਤੱਕ ਚੱਕ ਕੇ ਲਿਆਉਣ 'ਚ ਵਰਕ ਕਰਿਆ ਹੈ, ਉਹਨੂੰ ਕੀ ਬੋਲਦੇ ਆ ਆਪਾਂ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਮਨਿੰਦਰ ਲੱਗ ਗਿਆ ਪਤਾ what is the gravitational potential energy? ਸ਼ੀਖਾ, ਵਿਭੂਤੀ, ਚਲੋ ਫਿਰ ਦੱਸੋ, ਫਿਰ ਐਕਸਪਲੇਨ ਕਰਿਓ। ਵਿਭੂਤੀ, what is the gravitational potential energy? What is gravitational potential energy? जल्दी। जब भी कोई ਆਪਾਂ ਜੇ ਕਿਸੇ ਪੁਆਇੰਟ ਕਿਸੇ ਆਬਜੈਕਟ ਨੂੰ ਇਨਫਿਨਿਟੀ ਰੱਖ ਕੇ ਉਹਨੂੰ ਗਿਵਨ ਪੁਆਇੰਟ ਤੇ ਲਿਆਏ, ਉਹਨੂੰ ਉੱਥੇ ਤੱਕ ਲਿਆਉਣ ਲਈ ਜਿੰਨਾ ਵਰਕ ਕੀਤਾ ਉਹਨੂੰ ਗ੍ਰੈਵਿਟੇਸ਼ਨ। ਵੈਰੀ ਗੁੱਡ। ਬਸ ਆਹੀ ਜਿਹੜੇ ਤੁਸੀਂ ਬੋਲਦੇ ਹੋ ਇਹਨੂੰ ਇੰਗਲਿਸ਼ 'ਚ ਕਿਵੇਂ ਬਣਾਉਂਗੇ? ਬਸ ਇੰਗਲਿਸ਼ ਬਣਾਉਣੀ ਹੈ। the amount of work done in bringing a mass from infinity to given point in gravitational field is known as gravitational potential energy। ਜੋ ਤੁਸੀਂ ਬੋਲਿਆ ਉਹਨੂੰ ਇੰਗਲਿਸ਼ 'ਚ ਬਣਾਉਣਾ ਹੈ। ਦੁਬਾਰਾ ਸੁਣਿਓ ਕਿਵੇਂ ਬਣਾਉਂਗੇ। the amount of work done in bringing a mass from infinity to given point in gravitational field। ਹੋ ਗਿਆ ਯਾਦ? ਚਲੋ ਵੀ ਆ ਤਾਂ ਡੈਫੀਨੇਸ਼ਨ ਸੀ। ਹੁਣ ਜਿਹੜਾ ਆਨਸਰ ਵੀ ਕੱਢਣਾ ਕਿੰਨੀ ਹੁੰਦੀ ਹੈ, ਦੇਖਿਓ ਵੀ ਆਨਸਰ ਹੁਣ ਕਿਵੇਂ ਕੱਢਾਂਗੇ। ਆ ਹੁੰਦਾ ਅਰਥ ਦਾ ਸੈਂਟਰ। ਚਲੋ ਵੀ ਆਪਾਂ ਮੰਨ ਲਿਆ ਇਨਫਿਨਿਟੀ ਤੋਂ ਚੱਕ ਰਹੇ ਹਾਂ। ਇਨਫਿਨਿਟੀ ਤੋਂ A ਪੁਆਇੰਟ ਤੇ ਪਹੁੰਚ ਗਿਆ ਪਹਿਲਾਂ, ਫਿਰ A ਤੋਂ ਥੋੜਾ ਜਿਹਾ B ਤੇ ਪਹੁੰਚਿਆ, ਆਪਾਂ ਪਹੁੰਚਣਾ P ਤੇ ਹੈ। ਠੀਕ ਹੈ, ਧਿਆਨ ਨਾਲ ਦੇਖਿਓ। A ਤੋਂ ਲੈ ਕੇ ਸੈਂਟਰ ਤੱਕ ਦਾ ਡਿਸਟੈਂਸ ਹੈਗਾ ਇਹ x। A ਤੋਂ ਲੈ ਕੇ ਸੈਂਟਰ ਤੱਕ ਦਾ ਡਿਸਟੈਂਸ ਕਿੰਨਾ ਹੈ? x। ਠੀਕ ਹੈ, P ਤੋਂ ਲੈ ਕੇ ਸੈਂਟਰ ਤੱਕ ਦਾ ਡਿਸਟੈਂਸ ਹੈਗਾ r। ਕਿੰਨਾ ਹੈ? r। ਆ A ਤੋਂ B ਵਾਲਾ ਡਿਸਟੈਂਸ ਹੈਗਾ dx। ਕਿੰਨਾ ਹੈ? dx। ਧਿਆਨ ਨਾਲ ਦੇਖਿਓ ਡਾਇਗਰਾਮ, ਜੇ ਆ ਸਮਝ ਲੱਗੀ ਫਿਰ ਅੱਗੇ ਬਹੁਤ ਸੌਖਾ ਹੈ। ਅਰਥ ਆਪਾਂ ਇਨਫਿਨਿਟੀ ਤੋਂ ਚੱਕ ਰਹੇ ਹਾਂ। ਆਪਾਂ ਡੈਫੀਨੇਸ਼ਨ 'ਚ ਕਿਹਾ ਕਿ ਇਨਫਿਨਿਟੀ ਤੋਂ ਲੈ ਕੇ ਆਣਾ, ਇਨਫਿਨਿਟੀ ਤੋਂ ਲੈ ਕੇ ਆ ਰਹੇ ਹਾਂ। ਇਨਫਿਨਿਟੀ ਤੇ A ਤੇ ਪਹੁੰਚਿਆ, ਲੈ ਕੇ ਆਪਾਂ P ਤੱਕ ਆਣਾ। ਕਿੱਥੇ ਤੱਕ ਲੈ ਕੇ ਆਣਾ? P ਤੱਕ। ਯਾਦ ਰੱਖਣਾ ਆਪਾਂ P ਤੱਕ ਲੈ ਕੇ ਆਣਾ। ਫਿਰ A ਤੋਂ B ਆਇਆ ਥੋੜਾ ਡਿਸਟੈਂਸ, ਫਿਰ P ਤੇ ਆਣਾ। ਫਿਰ ਉਹਨਾਂ ਨੇ ਦੱਸਿਆ ਹੋਇਆ ਵੀ ਸੈਂਟਰ ਤੋਂ ਲੈ ਕੇ P ਤੱਕ ਦਾ ਡਿਸਟੈਂਸ ਤਾਂ r ਹੈ, ਸੈਂਟਰ ਤੋਂ ਲੈ ਕੇ A ਤੱਕ ਦਾ ਡਿਸਟੈਂਸ ਹੈਗਾ x, ਤੇ A ਤੋਂ B ਦਾ ਡਿਸਟੈਂਸ ਹੈਗਾ dx। ਡਾਇਗਰਾਮ ਦੇਖੋ ਧਿਆਨ ਨਾਲ ਸਾਰੀ। ਜੇ ਕਿਸੇ ਡਾਇਗਰਾਮ ਦੀ ਪ੍ਰੋਬਲਮ ਹੈ ਤਾਂ ਪੁੱਛੋ। ਲੱਗ ਗਿਆ ਪਤਾ ਵਿਭੂਤੀ ਕੀ ਕੀਤਾ? ਆਪਾਂ ਪੁਆਇੰਟਸ ਦੇ ਨਾਮ ਦਿੱਤੇ ਸਭ ਤੋਂ ਪਹਿਲਾਂ। ਹਾਂਜੀ ਸਰ। ਚਲੋ ਵੀ ਆਪਾਂ ਕੀ ਕਿਹਾ ਸੀਗਾ? ਵਰਕ ਡਨ ਹੈ ਨਾ। ਵਰਕ ਡਨ ਲਈ ਸਭ ਤੋਂ ਪਹਿਲਾਂ ਫੋਰਸ ਚਾਹੀਦੀ ਹੁੰਦੀ ਹੈ। ਫੋਰਸ ਦੇ ਫਾਰਮੂਲਾ ਕੀ ਹੁੰਦਾ? F ਦਾ ਫਾਰਮੂਲਾ ਯਾਦ ਹੈ ਤੁਹਾਨੂੰ? ਕੀ ਹੁੰਦਾ? G ਮਾਸ ਇਨਟੂ ਐਕਸਲੇਸ਼ਨ m upon r ਨਹੀਂ ਲੈਣਾ। ਹੁਣ ਦੇਖਿਓ ਕਿੰਨਾ ਡਿਸਟੈਂਸ ਹੈ? x ਸਕੁਅਰ। x ਸਕੁਅਰ। ਵੈਰੀ ਗੁੱਡ। ਉਰੇ A ਤੱਕ ਪਹੁੰਚਿਆ ਪਹਿਲਾਂ ਉਹ, ਤਾਂ x ਸਕੁਅਰ ਲਵਾਂਗੇ। ਇਨਫਿਨਿਟੀ ਤੋਂ A ਪੁਆਇੰਟ ਤੱਕ ਆਉਣ ਲਈ ਇੰਨੀ ਫੋਰਸ ਲੱਗੀ ਹੈ, ਇਹਨੂੰ ਨੰਬਰ 1 ਦੇ ਦਿਓ। ਚਲੋ ਵਰਕ ਦਾ ਫਾਰਮੂਲਾ ਕੀ ਹੁੰਦਾ? ਵਰਕ ਦਾ ਫਾਰਮੂਲਾ ਕੀ ਹੁੰਦਾ? ਫੋਰਸ ਇਨਟੂ ਡਿਸਪਲੇਸਮੈਂਟ। ਵੈਰੀ ਗੁੱਡ। ਫੋਰਸ ਇਨਟੂ ਡਿਸਪਲੇਸਮੈਂਟ, ਆ ਹੁੰਦਾ ਹੈ ਵਰਕ ਦਾ ਫਾਰਮੂਲਾ। ਫੋਰਸ ਦਾ ਫਾਰਮੂਲਾ ਪੁੱਟ ਕਰੋ, ਕਿੰਨਾ? Gm upon x ਸਕੁਅਰ। ਹੁਣ ਦੇਖੋ ਜਦੋਂ A ਤੋਂ B ਆਇਆ ਏ ਸ਼ੀਖਾ, ਮਨਿੰਦਰ, ਤਾਂ ਕਿੰਨੀ ਡਿਸਪਲੇਸਮੈਂਟ ਕਰਦਾ ਉਹ?
dx वेरी गुड। कितनी करता है dx। जे डिस्प्लेसमेंट छोटी है तो वर्क भी क्या होगा, छोटा होगा। छोटा dw। लो भी इनू नंबर 1 दे दो, इनू नंबर 1 दे दो। भाई लेट हो गए, मैनू मैसेज दिखदा पुत इत्थों दी। ਤੁਹਾਨੂੰ ਪਤਾ ਨਾ ਕਿ ਪਹਿਲਾਂ 10 ਮਿੰਟ ਪਹਿਲਾਂ ਕਲਾਸ ਸਟਾਰਟ ਕਰ ਦਿੰਦਾ ਉਹਨਾਂ ਨੇ, ਤੇ ਤੁਸੀਂ 10 ਮਿੰਟ ਅੱਗੇ ਲੇਟ ਆਏ ਹੋ। ਸੁਣ ਲਓ ਪਹਿਲਾਂ ਹੁਣ ਟੌਪਿਕ ਦਾ ਨੇਮ ਕੀ ਹੈ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਟੌਪਿਕ ਦਾ ਨੇਮ ਕੀ ਹੈ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਕੀ ਆਉਂਦੇ ਇੱਕ ਵਾਰ ਦੁਬਾਰਾ ਸੁਣ ਲਓ ਸਾਰੇ ਜਣੇ। ਕਿਸੇ ਮਾਸ ਨੂੰ ਤੁਸੀਂ ਇਨਫਿਨਿਟੀ ਤੋਂ ਚੱਕਿਆ, ਕਿੱਥੋਂ ਚੱਕਿਆ, ਕਿਸੇ ਮਾਸ ਨੂੰ ਇਨਫਿਨਿਟੀ ਤੋਂ ਚੱਕਿਆ, ਉਹਨੂੰ ਕਿਸੇ ਪੁਆਇੰਟ ਤੇ ਲੈ ਆਏ, ਉਹ ਪੁਆਇੰਟ ਪਿਆ ਕਿੱਥੇ ਹੈ, ਗ੍ਰੈਵਿਟੇਸ਼ਨਲ ਫੀਲਡ 'ਚ। ਪਹਿਲਾਂ ਦਿਮਾਗ 'ਚ ਆ ਵੀ ਕਲੀਅਰ ਹੋਣਾ ਚਾਹੀਦਾ ਗ੍ਰੈਵਿਟੇਸ਼ਨਲ ਫੀਲਡ ਕੀ ਆਉਂਦੀ ਹੈ। ਆਪਾਂ ਸਾਰੇ ਮਾਸਿਸ ਹਾਂ, ਠੀਕ ਹੈ। ਰਾਧਾ ਤੇਰਾ ਘਰ ਤੇਰਾ ਫੀਲਡ ਹੋਊਗਾ, ਤੇਰਾ ਕੀ ਹੋਊਗਾ, ਜਦੋਂ ਕੋਈ ਦੂਸਰਾ ਬੰਦਾ ਤੇਰੇ ਘਰ 'ਚ ਜਾਊਗਾ ਉਹਨੂੰ ਫੋਰਸ ਲੱਗੂਗੀ ਤੁਹਾਡੀ, ਉਹ ਉਵੇਂ ਥੋੜੀ ਜਿੱਥੇ ਮਰਜ਼ੀ ਮੂੰਹ ਚੱਕ ਕੇ ਬੈਠ ਜਾਊਗਾ, ਉਹਨੂੰ ਕਹੋਗੇ ਵੀ ਆਹ ਸੋਫਾ ਇੱਥੇ ਬੈਠ, ਇਟ ਮੀਨਸ ਉੱਤੇ ਫੋਰਸ ਲੱਗ ਰਹੀ ਹੈ ਤੁਹਾਡੀ। ਉਹੀ ਚੀਜ਼ ਹੈ, ਕਿਸੇ ਦਾ ਮਾਸ ਹੈ, ਮਾਸ ਦੇ ਅਰਾਊਂਡ ਉਹ ਜਗ੍ਹਾ ਜਿੱਥੇ ਉਸ ਮਾਸ ਦੀ ਕਿਆ ਲੱਗੇ, ਫੋਰਸ ਲੱਗੇ, ਉਹ ਜਗ੍ਹਾ ਨੂੰ ਕੀ ਬੋਲਦੇ ਹਾਂ ਆਪਾਂ, ਗ੍ਰੈਵਿਟੇਸ਼ਨਲ ਫੀਲਡ। ਹੁਣ ਟੌਪਿਕ ਦਾ ਨੇਮ ਹੈਗਾ ਗ੍ਰੈਵਿਟੇਸ਼ਨਲ ਫੀਲਡ ਪੋਟੈਂਸ਼ੀਅਲ એનર્ਜੀ, ਠੀਕ ਹੈ। ਆਪਾਂ ਕਿਸੇ ਆਬਜੈਕਟ ਮਾਸ ਨੂੰ ਇਨਫਿਨਿਟੀ ਤੋਂ ਚੱਕ ਲਿਆ, ਕਿਸੇ ਪੁਆਇੰਟ ਤੇ ਲੈ ਆਏ, ਜਿੰਨਾ ਆਪਾਂ ਵਰਕ ਕਰਿਆ, ਜਿੰਨਾ ਆਪਾਂ, ਉਹਨੂੰ ਆਪਾਂ ਕੀ ਬੋਲਦੇ ਹਾਂ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਕਲੀਅਰ ਹੋਇਆ ਦਿਮਾਗ 'ਚ। ਇਨਫਿਨਿਟੀ ਤੋਂ ਚੱਕ ਕੇ ਇੱਕ ਪੁਆਇੰਟ ਤੇ ਲੈ ਆਏ, ਜਿੰਨਾ ਵਰਕ ਕਰਿਆ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਅਰਥ ਬਣਾਈ, ਇਨਫਿਨਿਟੀ ਤੋਂ ਆ ਰਹੇ ਆ, ਇਨਫਿਨਿਟੀ ਤੇ A ਪੁਆਇੰਟ ਤੇ ਪਹੁੰਚੇ, ਪਹਿਲਾਂ ਕਿੱਥੇ ਪਹੁੰਚੇ ਆਪਾਂ, ਆਣਾ P ਪੁਆਇੰਟ ਤੇ ਹੈ, ਆਣਾ ਆਪਾਂ ਕਿੱਥੇ ਹੈ, ਸੈਂਟਰ ਤੋਂ ਲੈ ਕੇ P ਦਾ ਡਿਸਟੈਂਸ ਤਾਂ ਹੈਗਾ R, ਸੈਂਟਰ ਤੋਂ ਲੈ ਕੇ P ਦਾ ਡਿਸਟੈਂਸ ਕਿਆ ਹੈ, A ਦਾ ਡਿਸਟੈਂਸ ਹੈਗਾ X। ਕਿਸੇ ਟਾਈਮ ਕਹਿੰਦੇ ਤੁਸੀਂ B ਤੇ ਪਹੁੰਚ ਗਏ, B ਪੁਆਇੰਟ ਇੱਕ ਹੋਰ ਲੈ ਲਿਆ, ਕਿੰਨੀ ਡਿਸਪਲੇਸਮੈਂਟ ਕਵਰ ਕਰਕੇ, dx। ਡਾਇਗਰਾਮ ਲੱਗੀ ਪਤਾ। ਫੋਰਸ ਦਾ ਫਾਰਮੂਲਾ ਦੇਖੋ ਕੀ ਹੋਊਗਾ, ਜਦੋਂ A ਪੁਆਇੰਟ ਤੇ ਪਹੁੰਚੇ Gmm/x²। ਪੁਰਾਣੀਓ ਇੱਥੇ R ਨਾ ਕਰ ਦਿਓ, ਬਸ ਇੰਨਾ ਚੀਜ਼ ਯਾਦ ਰੱਖਿਓ। A ਦਾ ਡਿਸਟੈਂਸ ਕਿੰਨਾ ਸੈਂਟਰ ਤੋਂ, x ਹੈ, ਤਾਂ ਕੀ ਰੱਖਿਆ ਉਰੇ, x²। ਆਪਾਂ ਵਰਕ ਫਾਈਂਡ ਕਰਨਾ ਹੈ। ਵਰਕ ਦਾ ਫਾਰਮੂਲਾ ਕੀ ਹੁੰਦਾ, ਫੋਰਸ ਇਨਟੂ ਫੋਰਸ ਦੀ ਵੈਲਿਊ ਆਹ, ਜਦੋਂ ਥੋੜਾ ਡਿਸਪਲੇਸ ਕਰੇ, ਡਿਸਪਲੇਸਮੈਂਟ ਕਿੰਨੀ ਹੈ, ਆਹ ਲੱਗ ਗਿਆ ਪਤਾ। ਜੇ ਵਰਕ ਡਿਸਪਲੇਸਮੈਂਟ ਛੋਟੀ ਹੈ ਤਾਂ ਵਰਕ ਵੀ ਕਿਆ ਹੋਊਗਾ। ਜੇ ਹੁਣ ਆਪਾਂ ਟੋਟਲ ਵਰਕ ਫਾਈਂਡ ਕਰਨਾ, ਕੀ ਕਰਾਂਗੇ ਦੱਸੋ ਭਾਈ, ਟੋਟਲ ਵਰਕ ਫਾਈਂਡ ਕਰਨੀ ਕੀ ਕਰਦੇ ਹੁੰਦੇ ਆ ਵਿਭੂਤੀ, ਮਨਿੰਦਰ, ਇੰਟੀਗ੍ਰੇਸ਼ਨ। ਐਡ ਕਿਹਨੂੰ ਕਰਨਾ ਪੁੱਤ, ਕੀ ਸਵੇਰੇ ਸਵੇਰੇ ਨੀਂਦ ਚੋਂ ਹਜੇ। ਇੰਟੀਗ੍ਰੇਸ਼ਨ ਔਨ ਬੋਥ ਸਾਈਡਸ, ਇੰਟੀਗ੍ਰੇਸ਼ਨ ਔਨ ਬੋਥ ਸਾਈਡਸ ਕਰ ਦਿਓ ਦੋਨੋਂ ਤਰਫ। लो भी करते इंटीग्रेशन दोनों तरफ। ਹੁਣ ਅੱਗੇ ਦੇਖੋ, ਇੰਟੀਗ੍ਰੇਸ਼ਨ ਲਈ ਆਪਾਂ ਨੂੰ ਲਿਮਿਟਸ ਚਾਹੀਦੀਆਂ ਹੁੰਦੀਆਂ ਨੇ, ਇੰਟੀਗ੍ਰੇਸ਼ਨ ਲਈ ਆਪਾਂ ਨੂੰ ਕੀ ਚਾਹੀਦੀ ਹੁੰਦੀ ਹੈ, ਲਿਮਿਟਸ। ਚੱਕ ਕੇ ਕਿੱਥੋਂ ਲੈ ਕੇ ਆ ਰਹੇ ਆ, ਇਨਫਿਨਿਟੀ ਤੋਂ। ਪਹੁੰਚਣੇ ਕਿੱਥੇ ਆ, P ਪੁਆਇੰਟ ਤੇ। P ਪੁਆਇੰਟ ਦਾ ਡਿਸਟੈਂਸ ਕਿੰਨਾ ਹੈ, ਮਤਲਬ ਲਿਮਿਟਸ ਕੀ ਹੋਣਗੀਆਂ, ਇਨਫਿਨਿਟੀ ਟੂ। ਲੱਗ ਗਿਆ ਪਤਾ ਆ ਚੀਜ਼। ਆ ਸਟੈਪ ਸਾਰੇ ਦੇਖੋ ਫਿਰ ਅੱਗੇ ਕਰੀਏ। ਇਹਨੂੰ ਬੱਚੇ ਬਹੁਤ ਔਖਾ ਮੰਨਦੇ ਨੇ, ਹੈ ਸਿੰਪਲ ਜਮਾ ਹੀ। ਆਰ ਦਾ ਵੀ ਕੋਈ ਰੋਲ ਨਹੀਂ, ਕਿਹਦਾ ਪੁੱਤਰ, ਆਰ ਦਾ ਰੋਲ, ਆਰ ਦਾ ਰੋਲ ਆ ਰਿਹਾ, ਇੰਟੀਗ੍ਰੇਸ਼ਨ ਦੀ ਲਿਮਿਟ ਆ ਉਹ। ਅੱਛਾ ਆਰ ਤੱਕ, ਠੀਕ ਹੈ। ਮੈਂ ਕਿਤੇ ਐਕਸ ਲਿਖਿਆ, ਆਰ ਆ ਪੁੱਤਰ। ਹੋ ਗਿਆ ਉਰੇ ਤੱਕ ਵਿਭੂਤੀ, ਸ਼ਿਖਾ, ਮਨਿੰਦਰ। यस सर। चलो भी मेरे वाली कॉपी है अमरजीत, अब रखी है एक मिनट लगे टॉपिक लिख लूँ तो सारी वो प्रिंट कढ़ाई पई है, रख देते। लो भी W की वैल्यू कितनी आ गई, Gmm/x² dx लिमिट्स इनफिनिटी टू R। चलो भी अगे करिए, हुण देखो ध्यान। ਹੁਣ ਕੀ ਕਰਨਾ ਹੈ, ਕਾਂਸਟੈਂਟ ਚੀਜ਼ਾਂ ਬਾਹਰ ਕੱਢ ਦੋ, G ਵੀ ਬਾਹਰ, M ਵੀ ਬਾਹਰ। ਅੰਦਰ ਕੀ ਬਚ ਗਿਆ,
1 upon dx upon x square। ਚਲੋ ਵੀ ਹੁਣ ਇੰਟੀਗ੍ਰੇਸ਼ਨ ਤਾਂ ਆਪਾਂ ਬਹੁਤ ਵਾਰ ਕਰਦੇ ਆਂ। ਇਹਨੂੰ 1/x ਸਕੁਅਰ ਨੂੰ ਤੁਸੀਂ ਲਿਖ ਸਕਦੇ ਹੋ x ਦੀ ਪਾਵਰ -2। ਇੰਟੀਗ੍ਰੇਸ਼ਨ ਕੀ ਕਹਿੰਦੀ ਹੈ? ਇੱਕ ਪਾਵਰ ਪਲੱਸ ਕਰ ਦੋ, ਜਿੰਨਾ ਆਨਸਰ ਆਊਗਾ ਉਹਨਾਂ ਡਿਵਾਈਡ ਕਰ ਦਿੰਦੇ ਆ। -2 + 1 ਕਿੰਨਾ ਹੁੰਦਾ? -1। ਆਨਸਰ ਕੀ ਬਣ ਜਾਊਗਾ? x ਦੀ ਪਾਵਰ -1 ਡਿਵਾਈਡਡ ਬਾਈ -1। ਇਹਨੂੰ ਥੱਲੇ ਚੱਕ ਲਿਓ ਫਿਰ x ਨੂੰ, ਕੀ ਬਣ ਜਾਊਗਾ ਆਨਸਰ? -1/x। ਕੀ ਬਣ ਜਾਊਗਾ? ਮਤਲਬ ਇਹਦੀ ਇੰਟੀਗ੍ਰੇਸ਼ਨ ਕਰਕੇ ਕੀ ਬਣ ਜਾਊਗਾ? -1/। ਆਨਸਰ ਕੀ ਬਣ ਗਿਆ ਦੇਖੋ, GMM। ਠੀਕ ਆ, ਇੰਟੀਗ੍ਰੇਸ਼ਨ ਪਤਾ ਲੱਗੀ ਕਿਵੇਂ ਕਰੀ ਆ? ਆਪਾਂ ਬਹੁਤ ਵਾਰ ਕਰਦੇ ਆ। ਪਾਵਰ 1 ਪਲੱਸ ਡਿਵਾਈਡ ਕਰ ਦੋ, ਜਿੰਨਾ ਆਨਸਰ ਆਊਗਾ ਪਾਵਰ ਪਲੱਸ -1 ਆਊਗਾ। ਚਲੋ ਵੀ x ਦੀ ਪਾਵਰ -1 ਥੱਲੇ ਆ ਕੇ +1 ਹੋ ਜੂਗੀ। ਆਨਸਰ ਆ ਗਿਆ। ਲੋ ਵੀ ਮਾਈਨਸ ਉਹ ਬਾਹਰ ਕੱਢ ਲਓ ਉਰੇ। ਹੁਣ ਆਪਣਾ ਐਂਡਲਾ ਕੰਮ ਕੀ ਹੈ? ਲਿਮਿਟਸ ਪੁੱਟ ਕਰਨਾ। ਲਿਮਿਟ ਕਿਵੇਂ ਪੁੱਟ ਕਰ ਦਿੰਦੇ ਆ? ਅਪਰ ਲਿਮਿਟ ਮਾਈਨਸ ਲੋਅਰ ਲਿਮਿਟ। ਅਪਰ ਲਿਮਿਟ ਮਾਈਨਸ ਅਪਰ ਲਿਮਿਟ ਕਿੰਨੀ ਹੈ? r। ਲੋਅਰ ਲਿਮਿਟ ਕਿੰਨੀ ਹੈ? ਇਨਫਿਨਿਟੀ। 1 infinity। 1/infinity ਕਿੰਨਾ ਹੁੰਦਾ? 0। 1/infinity ਕਿੰਨਾ ਹੁੰਦਾ? 0। ਲੋ ਵੀ ਤੁਹਾਡੇ ਕੋਲ ਪੋਟੈਂਸ਼ੀਅਲ એનર્ਜੀ ਕੀ ਆ ਗਈ? -GMM upon ਲੋ ਵੀ ਪੁੱਤਰ ਇੱਥੇ ਆਨਸਰ ਕੋਰੇ ਤੱਕ ਕੱਢ ਕੇ ਆਣਾ ਹੁੰਦਾ। ਦੇਖੋ ਸਾਰੇ ਪੋਟੈਂਸ਼ੀਅਲ ਜਿਹਨੂੰ ਯੂ ਨਹੀਂ ਕਹਿੰਦੇ ਸਰ। ਉਹ ਤਾਂ ਜੋ ਮਰਜ਼ੀ ਕਹਿ ਲਓ, ਯੂ ਕਹਿ ਲਓ ਚਾਹੇ ਵਰਕ ਕਹਿ ਲਓ, ਇਹਨੂੰ ਜੋ ਮਰਜ਼ੀ ਕਹਿ ਲਓ। ਦੇਖੋ ਹੁਣ ਧਿਆਨ ਨਾਲ ਇਹਨੂੰ। ਬੱਲੇ ਇਹ 'ਚ ਬਸ ਇੱਕ ਚੈਪਟਰ ਤੁਹਾਡੇ ਵਾਲਾ ਨਹੀਂ ਹੈ। ਇਹ 'ਚ ਦੂਸਰਾ ਇਹ 'ਚ ਗ੍ਰੈਵਿਟੇਸ਼ਨਲ ਦਾ ਹੈ ਹੀ ਨਹੀਂ ਹੈਗਾ। ਨਹੀਂ ਇਹ ਦੂਜੀ ਦੇਖੋ ਧਿਆਨ ਨਾਲ ਮਨਿੰਦਰ, ਸ਼ਿਖਾ। ਨਹੀਂ ਉਹ ਤਾਂ ਇਹ 'ਚ ਹੁਣ ਸਰ ਇਹ ਹੈਗਾ ਸਰ ਆ ਗਿਆ ਸਮਝ। ਲਾਸਟ ਵਿੱਚ ਉਹ ਆ ਰਿਹਾ। ਚਲੋ ਵੀ ਹੁਣ ਕਰੀਏ ਅਗਲਾ। ਹੁਣ ਅਗਲੇ ਟੌਪਿਕ ਦਾ ਨੇਮ ਹੈ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ। ਕੀ ਹੈ ਅਗਲੇ ਟੌਪਿਕ ਦਾ ਨੇਮ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ। ਧਿਆਨ ਨਾਲ ਕਰਿਓ। ਹੁਣ ਕੋਈ ਆਇਆ ਤਾਂ ਨਹੀਂ? ਆਇਆ ਕੋਈ ਲੇਟ ਹੋਇਆ। अगला टॉपिक का नेम क्या है? सबने आंसर नोट कर लो। कनिका यदि मैं वीडियो रिकॉर्ड की हुई है, मतलब वीडियो देख ली जो पिछले 10-15 मिनट का कम है। पोटेंशियल एनर्जी इज इक्वल टू GMM upon R। आ निकल गई ना। ਹੁਣ अगला टॉपिक है ना जो अगले जे 3 टॉपिक आएंगे, एस्केप वेलोसिटी, ऑर्बिटल वेलोसिटी। ये तो अखा बंद करके पेपर स्टार्ट कर दो, होंदा जरूर है पेपर च। बहुत रेयर चांस होगा कि भी एस्केप ते ऑर्बिटल वेलोसिटी कुछ भी ना आवे। बहुत रेयर होंदा है कि एस्केप वेलोसिटी या फिर ऑर्बिटल वेलोसिटी दोनों कोई भी ना आवे। उस तो पहले एक छोटा जिहा टॉपिक है। टॉपिक का नेम है ग्रेविटेशनल पोटेंशियल। की है टॉपिक का नेम? ग्रेविटेशनल पोटेंशियल। सर हाँ बोल सीखा। सर ਕਿਹੜੇ ਕੁਐਸਚਨ ਚ ਚੁਆਇਸ ਹੋਗੀ ਸਾਨੂੰ ਪੇਪਰ ਚ 5 ਮਾਰਕਸ ਵਾਲੇ ਚ? ना वो तो 5 च मैं चॉइस नहीं पाता हूँ कभी। 3 नंबर से होगी चॉइस। 5 च मैं चॉइस नहीं पानी। 5 मार्क्स क्वेश्चन का पैट क्वेश्चन होंगे उस चॉइस पाती फिर रह की गया। 3 मार्क्स च पाऊंगा मैं चॉइस। ग्रेविटेशनल पोटेंशियल सुन लो। हम ਤੁਸੀਂ 10th ਦੇ ਵਿੱਚ ਪੜ੍ਹਿਆ ਹੋਣਾ ਉੱਥੇ ਇਲੈਕਟ੍ਰਿਕ ਪੋਟੈਂਸ਼ੀਅਲ, ਇਲੈਕਟ੍ਰਿਸਿਟੀ ਚੈਪਟਰ ਹੁੰਦਾ ਸੀ। 10th ਦੇ ਵਿੱਚ ਇਲੈਕਟ੍ਰਿਸਿਟੀ ਚੈਪਟਰ ਹੁੰਦਾ ਸੀ, ਤੈਨੂੰ ਮੈਂ ਕਰਵਾਇਆ ਹੋਇਆ। ਠੀਕ ਹੈ, ਇਲੈਕਟ੍ਰਿਕ ਪੋਟੈਂਸ਼ੀਅਲ ਹੁੰਦਾ ਸੀ। ਇਲੈਕਟ੍ਰਿਕ ਪੋਟੈਂਸ਼ੀਅਲ ਕੀ ਹੁੰਦਾ ਸੀ ਯਾਦ ਕਰੋ ਉੱਥੇ, ਜੇ 10th ਚੰਗੀ ਤਰ੍ਹਾਂ ਕੀਤੀ ਹੈ। ਇਲੈਕਟ੍ਰਿਕ ਪੋਟੈਂਸ਼ੀਅਲ ਦਾ ਫਾਰਮੂਲਾ ਹੁੰਦਾ ਸੀਗਾ ਕਿੰਨਾ ਵਰਕ ਕਰ ਰਹੇ ਹੋ। ਕਿਸੇ ਚਾਰਜ ਨੂੰ ਚੱਕਦੇ ਹੁੰਦੇ ਸੀਗੇ, ਉਹਨੂੰ ਇਨਫਿਨਿਟੀ ਤੋਂ ਕਿੰਨਾ ਵਰਕ ਕਰਿਆ ਪਰ ਯੂਨਿਟ ਚਾਰਜ। ਕੋਈ ਇਹੋ ਜਿਹਾ ਫਾਰਮੂਲਾ ਕੀਤਾ 10th ਦੇ ਵਿੱਚ? ਵਿਭੂਤੀ ਕੀਤਾ? ਮਨਿੰਦਰ, ਸ਼ਿਖਾ, ਕਨਿਕਾ? ਯੈਸ ਸਰ ਕੀਤਾ ਹੈ ਨਾ। ਆ ਹੁੰਦਾ ਇਲੈਕਟ੍ਰਿਕ ਪੋਟੈਂਸ਼ੀਅਲ। ਕੀ ਹੁੰਦਾ ਆਹ? ਇਲੈਕਟ੍ਰਿਕ। ਆਪਾਂ ਉਰੇ ਕਿਹੜਾ ਕਰਨਾ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ। ਆਪਾਂ ਉਰੇ ਕਿਹੜਾ ਕਰਨਾ? ਹੁਣ ਧਿਆਨ ਨਾਲ ਸੁਣਿਓ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਕੀ ਹੈ।
ਕੈਨ ਗ੍ਰੈਵਿਟੇਸ਼ਨ ਪੋਟੈਂਸ਼ੀਅਲ ਆ ਹੈ ਆਪਾਂ ਕਿਸੇ ਚੀਜ਼ ਨੂੰ ਇਨਫਿਨਿਟੀ ਤੋਂ ਚੱਕਿਆ, ਕਿਤੋਂ ਚੱਕਿਆ, ਮਾਸ ਨੂੰ ਇਨਫਿਨਿਟੀ ਤੋਂ ਚੱਕਿਆ, ਕਿਸੇ ਕਿਸੇ ਗਿਵਨ ਪੁਆਇੰਟ ਤੇ ਲਿਆਏ, ਜਿੰਨਾ ਆਪਾਂ ਵਰਕ ਕਰਿਆ, ਜਿੰਨਾ ਆਪਾਂ, ਹੁਣ ਤੁਸੀਂ ਕਹੋਗੇ ਆਹੀ ਤਾਂ ਡੈਫੀਨੇਸ਼ਨ ਉਹਦੀ ਸੀਗੀ ਪੋਟੈਂਸ਼ੀਅਲ એનર્ਜੀ ਦੀ, ਅਜੇ ਕੰਪਲੀਟ ਨਹੀਂ ਹੋਈ ਡੈਫੀਨੇਸ਼ਨ। ਜਿੰਨਾ ਆਪਾਂ ਵਰਕ ਕਰਿਆ ਪਰ ਯੂਨਿਟ ਮਾਸ, ਪਰ ਯੂਨਿਟ, ਉਹਨੂੰ ਆਪਾਂ ਕੀ ਬੋਲਦੇ ਆ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ। ਦਿਮਾਗ 'ਚ ਪੈ ਗਈ ਚੀਜ਼ ਆਹ, ਆਪਾਂ ਕਿਸੇ ਮਾਸ ਨੂੰ ਇਨਫਿਨਿਟੀ ਤੋਂ ਚੱਕਿਆ, ਇੱਕ ਗਿਵਨ ਪੁਆਇੰਟ ਤੇ ਲਿਆਏ, ਕਿੱਥੇ ਲਿਆਏ, ਇੱਕ ਜਿੰਨਾ ਤੁਸੀਂ ਵਰਕ ਕਰਿਆ ਇਨਫਿਨਿਟੀ ਤੋਂ ਚੱਕ ਕੇ ਕਿਸੇ ਪੁਆਇੰਟ ਤੇ ਲਿਆਏ, ਮੰਨ ਲਓ A ਪੁਆਇੰਟ ਤੇ, ਇੱਥੋਂ ਤੇ ਇੱਥੇ ਲਿਆਉਣ 'ਚ ਤੁਸੀਂ ਜਿੰਨਾ ਵਰਕ ਕਰਿਆ, ਵਰਕ ਨੂੰ ਤਾਂ ਬੋਲਦੇ ਹੋ ਪੋਟੈਂਸ਼ੀਅਲ એનર્ਜੀ, ਠੀਕ ਹੈ। ਪਰ ਜੇ ਇਹਨੂੰ ਡਿਵਾਈਡ ਕਰਦੀ ਹੈ ਮਾਸ ਨਾਲ, ਕਿੰਨਾ ਡਿਵਾਈਡ ਕਰਦੀ ਹੈ, ਇਹਨੂੰ ਕੀ ਬੋਲਦੇ ਆ, ਲੱਗਿਆ ਪਤਾ ਵਿਭੂਤੀ, ਸ਼ੀਖਾ, ਮਨਿੰਦਰ, ਰਾਧਾ, ਹਾਂਜੀ ਕਨਿਕਾ, ਹਾਂਜੀ ਸਰ। ਲੱਗ ਗਿਆ ਪਤਾ। ਯੈਸ ਸਰ। ਅੱਗੇ ਦੇਖੋ, ਵਰਕ ਪਰ ਯੂਨਿਟ ਮਾਸ। ਹੁਣੀ ਹੁਣੀ ਤੁਸੀਂ ਵਰਕ ਦਾ ਆਨਸਰ ਕੱਢ ਕੇ ਆਏ ਹੋ, ਪੋਟੈਂਸ਼ੀਅਲ એનર્ਜੀ ਕੀ ਆਨਸਰ ਦੱਸਿਓ ਮੈਨੂੰ, ਮਾਈਨਸ ਜੀ, ਅੱਗੇ ਛੋਟਾ m ਅਪੋਨ, ਆਹੀ ਕੱਢਿਆ ਨਾ ਪੁੱਤ, ਆਹੀ ਕੱਢਿਆ ਵਰਕ ਦਾ ਫਾਰਮੂਲਾ, ਪੂਰੇ ਪੁੱਟ ਕਰ ਦਈਏ, ਆਰ ਸਕੁਅਰ ਹੋਊਗਾ। ਲੋ ਵੀ ਜੀ m ਅਪੋਨ r ਡਿਵਾਈਡਡ ਬਾਈ ਮਾਸ ਸਮੋਲ m, m ਨਾਲ m ਕੈਂਸਲ, ਆਨਸਰ ਕਿੰਨਾ ਆ ਗਿਆ, ਲੋ ਵੀ ਪੁੱਤਰ ਜੀ ਇੱਥੇ ਖਤਮ। ਆ ਤਾਂ ਸਿੰਪਲ ਹੀ ਹੈ, ਬਹੁਤ ਸਿੰਪਲ ਹੈ। ਪੇਪਰ 'ਚ 1 ਨੰਬਰ ਡੈਫੀਨੇਸ਼ਨ ਆਊਗੀ ਇਹਦੀ, ਵਟ ਇਜ਼ ਦਾ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ। ਛੱਡ ਕੇ ਨਹੀਂ ਆਏ ਨਾ, ਠੀਕ ਹੈ, ਮੈਨੂੰ ਪਤਾ ਤੁਹਾਡੇ ਤੋਂ ਕਈ ਇਹਦੇ ਐਕਸਟਰਾ ਟੈਲੈਂਟਡ ਬੱਚੇ ਹੋਣਗੇ, ਛੱਡਣਗੇ ਜ਼ਰੂਰ, ਠੀਕ ਹੈ। ਅਮਰਜੀਤ ਚਲ ਵੀ, ਆਪਾਂ ਕਿਸੇ ਪੁਆਇੰਟ ਮਾਸ ਨੂੰ ਇਨਫਿਨਿਟੀ ਤੋਂ ਚੱਕਿਆ, ਇੱਕ ਪੁਆਇੰਟ ਤੇ ਲੈ ਆਏ, ਜਿੰਨਾ ਆਪਾਂ ਵਰਕ ਕੀਤਾ, ਵਰਕ ਨੂੰ ਤਾਂ ਆਪਾਂ ਪੋਟੈਂਸ਼ੀਅਲ એનર્ਜੀ ਕਹਿ ਦਿੰਦੇ ਆ, ਪਰ ਉਰੇ ਯਾਦ ਰੱਖਣਾ ਜਿੰਨਾ ਆਪਾਂ ਵਰਕ ਕੀਤਾ ਪਰ ਯੂਨਿਟ ਮਾਸ, ਉਹਨੂੰ ਕੀ ਬੋਲਦੇ ਆ ਆਪਾਂ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ। ਵਰਕ ਦੇ ਫਾਰਮੂਲਾ ਆਪਾਂ ਪਿੱਛੇ ਹੁਣੇ ਆਰਟੀਕਲ ਕਰਿਆ, ਕੱਢਿਆ, ਨੀਚੇ m ਨਾਲ ਡਿਵਾਈਡ, ਕੈਂਸਲ ਆਊਟ, ਆਨਸਰ ਆ ਗਿਆ। ਦੇਖੋ ਵਿਭੂਤੀ, ਸ਼ੀਖਾ, ਮਨਿੰਦਰ, ਰਾਧਾ, ਲੱਗ ਗਿਆ ਪਤਾ ਸਰ। ਸਰ ਇਹਦੀ ਯੂਨਿਟਸ ਕੀ ਨੇ? ਉਹੀ ਤਾਂ ਤੁਹਾਡੇ ਤੋਂ ਪੁੱਛਣੇ ਆ ਮੈਂ, ਇਹ ਯੂਨਿਟ ਕਿਆ ਹੋਣਗੇ ਦੱਸੋ ਫਿਰ, ਯੂਨਿਟ ਦੱਸੋ ਇਹਦੇ ਕੀ ਹੋਣਗੇ। ਜੀ ਨਿਊਟਨ ਮੀਟਰ kg ਸਕੁਅਰ, ਕਿੰਨਾ ਕਿੰਨਾ ਯੂਨਿਟ, ਕਿੰਨੇ ਯੂਨਿਟ ਹੋਣਗੇ, ਦੁਬਾਰਾ ਬੋਲੇ, ਨਿਊਟਨ ਮੀਟਰ kg, ਨਿਊਟਨ ਮੀਟਰ ਪਰ kg ਸਕੁਅਰ। ਗ੍ਰੈਵਿਟੇਸ਼ਨਲ ਕਾਂਸਟੈਂਟ, ਭਾਈ ਫੋਨ ਆਪਣਾ ਬੰਦ ਹੀ ਰੱਖਿਆ ਕਰ, ਗ੍ਰੈਵਿਟੇਸ਼ਨਲ ਕਾਂਸਟੈਂਟ ਦਾ ਯੂਨਿਟ ਕਿਆ ਹੁੰਦੇ ਆ, ਦੇਖੋ ਯਾਰ, ਨਿਊਟਨ ਮੀਟਰ ਸਕੁਅਰ ਪਰ ਕਿਲੋਗ੍ਰਾਮ ਸਕੁਅਰ, ਠੀਕ ਹੈ। ਮਾਸ ਦਾ ਯੂਨਿਟ ਕਿਆ ਹੁੰਦੇ ਆ, ਕਿਲੋਗ੍ਰਾਮ। डिस्टेंस का यूनिट क्या होंगे मीटर, ਇਹਦਾ यूनिट होंगे न्यूटन मीटर पर 2 मीटर पर किलोग्राम, न्यूटन मीटर पर किलोग्राम। याद हो गए, करिए अगला भाई, मतलब स्केयर थल्ले और सर केजी स्केयर नाल हो गया। करिए अगे हुण अगला भाई टॉपिक जिहड़ा हैगा ना, हुण दिमाग खोल के करियो क्योंकि पेपर 'च पक्का आंदा हुंदा स्केप वेलोसिटी। बेशक तार लियो दोबारा, ठीक है, कली कली चीज समझो इहदी की है, केड़ी वेलोसिटी, एस्केप वेलोसिटी। सब ने सेम आईडी ते ही ज्वाइन करना जो क्लास खत्म होनी है दूजी क्लास च। सुनो ध्यान नाल, एस्केप वेलोसिटी जो खत्म होगी रात 10 दी क्लास है थोड़ी। एस्केप वेलोसिटी सुनो की है, जद भी किसी ऑब्जेक्ट नूं तुसीं, जद भी किसी तुसीं अर्थ तो बाहर कढ़ना है, मतलब स्पेस भेजना, जिवें कित्थे भेजना, जिन्नी घट तो घट उहनूं वेलोसिटी देनी है, वो वेलोसिटी नूं की कहंदे तुसीं, लग गया पता। हुण गल आह है कि इहदी डेफिनेशन ये थोड़ी लिखोगे कि भी घट तो घट इन्नी वेलोसिटी कि अर्थ तो बाहर कढ़ दे, तुहानूं उहदे डेफिनेशन आ लिखना पऊगा कि मिनीमम तुहानूं किन्नी वेलोसिटी चाहिदी है किसी ऑब्जेक्ट नूं अर्थ चों एक्सकेप करन लई, ताकि उहते कोई ग्रैविटेशनल फोर्स या पुल ना लगे, ग्रैविटेशन फोर्स ना लगे।
ਦਿਮਾਗ 'ਚ ਕਲੀਅਰ ਹੋ ਗਈ। ਜੇ ਬਤੋ ਤੇ ਗ੍ਰੈਵਿਟੇਸ਼ਨਲ ਫੋਰਸ ਲੱਗ ਗਈ ਤਾਂ ਥੱਲੇ ਗਿਰ ਜੂਗਾ, ਫਿਰ ਅਰਥ ਤੇ ਆ ਜਾਊਗਾ। ਠੀਕ ਹੈ, ਇਹਦੀ ਡੈਫੀਨੇਸ਼ਨ ਕੀ ਹੈ? ਘੱਟ ਤੋਂ ਘੱਟ ਤੁਹਾਨੂੰ ਕਿੰਨੀ ਵੈਲੋਸਿਟੀ ਚਾਹੀਦੀ ਹੈ ਕਿ ਤੁਸੀਂ ਕਿਸੇ ਵੀ ਆਬਜੈਕਟ ਨੂੰ ਅਰਥ ਦੇ ਸਰਫੇਸ ਤੋਂ ਕੀ ਕਰ ਦੋ, ਬਾਹਰ ਕੱਢ ਦੋ, ਜਿੱਥੇ ਕੋਈ ਵੀ ਉਹਨੂੰ ਗ੍ਰੈਵਿਟੇਸ਼ਨਲ ਫੋਰਸ ਨਾ ਲੱਗੇ। ਕਲੀਅਰ ਹੋ ਗਿਆ ਦਿਮਾਗ 'ਚ? ਫੋਰਸ ਜੇ ਲੱਗ ਗਈ ਫਿਰ ਥੱਲੇ ਆ ਜਾਊਗਾ ਵਿਚਾਰਾ। ਹੁਣ ਜਿਵੇਂ ਸੈਟੇਲਾਈਟ ਭੇਜਦੇ ਆਪਾਂ ਬਾਹਰ, ਇਟ ਮੀਨ ਸੈਟੇਲਾਈਟ ਨੂੰ ਕਿਹੜੀ ਵੈਲੋਸਿਟੀ ਦਿੱਤੀ ਜਾਂਦੀ ਹੈ? ਕਿਹੜੀ ਵੈਲੋਸਿਟੀ ਦਿੱਤੀ ਜਾਂਦੀ ਹੈ? ਤਾਂ ਹੀ ਬਾਹਰ ਨਿਕਲਦਾ। ਐਵੇਂ ਥੋੜੀ ਆਪਣੇ ਵਾਂਗੂ ਗੱਡੀ ਵਾਲੀ 20 ਕਿਲੋਮੀਟਰ ਦੇ ਤੇ ਲੰਘ ਗਿਆ ਬਾਹਰ, ਐਵੇਂ ਥੋੜੀ ਹੋਊਗਾ। ਮਤਲਬ ਕਿ ਵੈਲੋਸਿਟੀ ਇਹਦੀ ਵੈਲਿਊ ਪਤਾ ਕਿੰਨੀ ਹੁੰਦੀ ਹੈ? 11.22 ਕਿਲੋਮੀਟਰ ਪਰ ਸੈਕਿੰਡ। ਛੋਟੀ ਨਹੀਂ ਹੁੰਦੀ, ਪਤਾ ਬਹੁਤ ਹੈ ਵੈਲੋਸਿਟੀ। 11 ਲਗਭਗ 11 ਕਿਲੋਮੀਟਰ ਪਰ ਸੈਕਿੰਡ, ਮਤਲਬ 1 ਸੈਕਿੰਡ ਤੇ 11 ਕਿਲੋਮੀਟਰ। ਠੀਕ ਹੈ, ਮਤਲਬ ਕਿ ਆਪ ਇੱਥੋਂ ਤੋਂ ਲੈ ਕੇ ਗੋਬਿੰਦਗੜ੍ਹ ਟੱਪ ਜਾਣਾ, ਉਹ ਵੀ 1 ਸੈਕਿੰਡ 'ਚ। ਤੇ ਲਾ ਲਓ ਉਹਨੂੰ ਉਨੀ ਵੈਲੋਸਿਟੀ ਹੋਣੀ ਚਾਹੀਦੀ ਕਿਹਦੀ? ਸੈਟੇਲਾਈਟ। ਆਹ ਐਸਕੇਪ ਵੈਲੋਸਿਟੀ ਹੁੰਦੀ ਹੈ ਇੰਨੀ। ਹੁਣ ਦਿਮਾਗ 'ਚ ਕਲੀਅਰ ਹੋ ਗਿਆ? ਪਹਿਲਾਂ ਤਾਂ ਐਸਕੇਪ ਵੈਲੋਸਿਟੀ ਕਿਆ ਹੈ ਕਿ ਕਿਸੇ ਵੀ ਆਬਜੈਕਟ ਨੂੰ ਆਪਾਂ ਘੱਟ ਤੋਂ ਘੱਟ ਕਿੰਨੀ ਵੈਲੋਸਿਟੀ ਦਈਏ ਤਾਂ ਕਿ ਉਹ ਕੀ ਕਰੇ, ਅਰਥ ਦੇ ਸਰਫੇਸ ਤੋਂ ਬਾਹਰ ਨਿਕਲ ਜਾਵੇ ਤੇ ਗ੍ਰੈਵਿਟੇਸ਼ਨਲ ਪੁੱਲ ਕਿਆ ਹੋਵੇ, ਉਹ ਤੇ 0 ਹੋਵੇ। ਹੋ ਗਿਆ ਕਲੀਅਰ? ਆਹ ਅਮਰਜੀਤ, ਵਿਭੂਤੀ, ਸ਼ਿਖਾ, ਵਿਭੂਤੀ, ਸ਼ਿਖਾ, sir. ਕਨਿਕਾ, ਮਨਿੰਦਰ, Yes, sir. ਹਾਂਜੀ ਸਰ। ਉਹ ਹੁੰਦੀ ਹੈ ਸਕੇਪ ਵੈਲੋਸਿਟੀ। ਹੁਣ ਆਪਾਂ ਇਹਦੀ ਡੈਰੀਵੇਸ਼ਨ ਕਰਨੀ ਹੈ। ਕੀ ਕਰਨੀ ਹੈ ਇਹਦੀ? ਲੋ ਵੀ ਬਣਾਈਏ ਅਰਥ। ਫਿਰ ਬੰਦ ਹੋ ਗਿਆ। ਤੁਸੀਂ ਜਲਦੀ ਆ ਜਾਓ ਕਰੋ ਤੇ 10 ਮਿੰਟ ਲੇਟ ਹੋਣ ਲੱਗ ਗਏ। ਅੱਜ ਸਰ ਇਹ ਬਹੁਤ ਲੇਟ ਸੀ। ਤੂੰ ਵੀ ਮੇਰਾ ਤਿਆਰੀ ਸੀ। ਉਹ ਤੋਂ ਆਵਾਜ਼ ਆ ਰਹੀ ਹੈ ਕਿ ਤੁਹਾਡੀ ਰਿਕਾਰਡਿੰਗ। पेपर हो गया अमरजीत? कल हो जाएगा पास शायद। बस लग गया पता हो जाएगा कि नहीं। पेपर बहुत खाया थी सर, सारे बच्चे तो आ गए, सारे आ गए। अगला फिजिक्स है सर। ਉਹ ਤਾਂ ਆਂਦੇ ਮੈਂ ਕਿਹੜਾ ਪਤਾ ਆਂਦੇ ਰਾਤ ਦਿਨ ਨੂੰ ਆਂਦੇ। थोड़ा बहुत मैं लेके थोड़ा ਕਿਹੜੇ ਯੂਨਿਟ ਆਣੇ ਤੁਹਾਨੂੰ? सारे ਸਾਰੇ ਇਹ ਸਾਨੂੰ ਕਿਹੜੇ ਆਉਣੇ ਆ, ਸਾਨੂੰ ਨੀ ਪਤਾ ਲੱਗਾ। ਤੁਹਾਨੂੰ ਤਾਂ ਬਸ 6 7 8 9 ਆਣੇ ਆ ਸਿਰਫ। ਤੁਹਾਨੂੰ 6 7 8 9 6 7 8 9 ਕਰਨ ਤੋਂ ਬਾਅਦ ਆਪਾਂ ਕਰਾਂਗੇ ਸੈਕਿੰਡ ਥਰਡ ਵੀ ਸਾਰੇ ਰਿਵਾਈਜ਼ ਕਰਾਂਗੇ ਇੱਕ ਵਾਰ। ਸਾਨੂੰ ਸਰ 8 ਦਿਨ 8 ਤਰੀਕ ਤੱਕ ਟਾਈਮ ਹੈ। ਪਤਾ ਮੈਂ ਕੀ ਕਹਿੰਦਾ ਹੁੰਦਾ, +1 +2 ਜੇ ਤੁਹਾਨੂੰ ਨਾਲ ਦੀ ਨਾਲ ਆਪ ਵੀ ਪੜ੍ਹਨਾ ਹੁੰਦਾ। ਹਾਂਜੀ ਸਰ ਉਹ ਤਾਂ ਪੜ੍ਹਦੇ हैं। ਚਲੋ ਵੀ ਐਸਕੇਪ ਵੈਲੋਸਿਟੀ ਬਣਾਈਏ ਅਰਥ। ਹੁਣ ਕਿਰਪਾ ਕਰਕੇ ਇੱਕ ਚੀਜ਼ ਯਾਦ ਰੱਖਿਓ, ਇਸ ਵਾਰ ਆਪਾਂ ਥੱਲੋਂ ਤੇ ਉੱਪਰੋਂ ਥੱਲੇ ਨਹੀਂ ਆਣਾ, ਉੱਪਰੋਂ ਥੱਲੇ ਨਹੀਂ ਆਣਾ, ਇਨਫਿਨਿਟੀ ਤੋਂ ਉੱਥੇ ਨਹੀਂ ਜਾਣਾ, ਉੱਥੋਂ ਦੀ ਉੱਥੇ ਜਾਣਾ। ਸਮਝ ਗਏ ਨਾ? ਆਹ ਚੀਜ਼ ਯਾਦ ਹੈ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਦੇ ਵਿੱਚ ਆਪਾਂ ਇਨਫਿਨਿਟੀ ਤੋਂ ਆ ਰਹੇ ਸੀ, ਪੂਰੇ ਆਪਾਂ ਇਨਫਿਨਿਟੀ ਤੇ ਜਾਣਾ, ਥੱਲੋਂ ਤੇ ਉੱਪਰ ਇਨਫਿਨਿਟੀ ਤੱਕ ਜਾਣਾ ਹੈ। ਰਸਤੇ 'ਚ ਫਿਰ ਉਹ ਪੁਆਇੰਟ ਹੋਣਗੇ ਕਿਹੜੇ ਕਿਹੜੇ? A ਤੇ B, A ਤੇ A ਤੋਂ ਲੈ ਕੇ ਉਰੇ ਤੱਕ ਦਾ ਡਿਸਟੈਂਸ ਕਿੰਨਾ ਹੋਊਗਾ? X। ਰਸਤੇ 'ਚ ਇੱਕ ਫਿਰ ਆਪਣਾ ਚਲੋ ਦੂਸਰਾ ਪੁਆਇੰਟ ਲੈਣ ਦੀ ਲੋੜ ਹੀ ਨਹੀਂ, ਲੈ ਲਓ। ਇੱਕ ਪੁਆਇੰਟ P ਲੈ ਲਿਆ, P ਤੋਂ ਲੈ ਕੇ ਉਰੇ ਤੱਕ ਡਿਸਟੈਂਸ R। देखो भी पहले उरे तक डायग्राम बना लो। A और B कितना लगता है डिस्टेंस? dx पता है A ਤੇ B ਦੇ ਵਿੱਚ dx ਇਹਦਾ ਫਿਕਸ ਸੀਗਾ, ਪਿੱਛੇ ਵੀ ਕਰਿਆ ਸੀ ਆਪਾਂ। A ਤੋਂ ਲੈ ਕੇ B ਦੇ ਵਿੱਚ ਡਿਸਟੈਂਸ dx। ਠੀਕ ਹੈ, ਰਹਿਣ ਹੀ ਦੋ। ਆ P ਪੁਆਇੰਟ ਇੱਥੇ ਲਓ, ਇਹ R ਦਾ ਚੱਕੋ ਛੱਡੋ। ਆਪਾਂ ਅਰਥ ਦੇ ਸਰਫੇਸ ਤੋਂ ਕਿੱਥੇ ਲੈ ਕੇ ਜਾਣਾ? ਅਰਥ ਦੇ ਸਰਫੇਸ ਤੋਂ ਉੱਪਰ ਲੈ ਕੇ ਜਾਣਾ। ਅਰਥ ਦਾ ਸਰਫੇਸ ਆ ਹੈ, ਇਹਦੀ ਵੈਲਿਊ ਆ ਰਹੀ ਹੈ, ਰੇਡੀਅਸ ਹੁੰਦਾ R। ਕਰੀਏ ਅੱਗੇ, ਹੁਣ ਕਰੀਏ ਅੱਗੇ। ਡਾਇਗਰਾਮ ਸਮਝ ਆ ਗਈ ਸਭ ਨੂੰ? ਇੱਥੇ ਆਹ ਡਾਇਗਰਾਮ 'ਚ ਇੱਕ ਚੀਜ਼ ਧਿਆਨ ਰੱਖਣ ਵਾਲੀ ਸੀਗੀ
कि उरे ਆਪਾਂ ਇਨਫਿਨਿਟੀ ਤੋਂ ਆ ਨਹੀਂ ਰਹੇ, ਉਰੇ ਇਨਫਿਨਿਟੀ ਤੱਕ ਜਾ ਰਹੇ हैं। ਆ ਕਲੀਅਰ ਹੋ ਗਈ ਨਾ ਗੱਲ। ਆ ਜਾਓ ਵੀ ਫੋਰਸ ਦਾ ਫਾਰਮੂਲਾ ਕੀ ਹੋਊਗਾ ਜਦ ਆਪਾਂ A ਤੱਕ ਗਏ ਹਾਂ, ਮੰਨ ਲਓ ਕੀ ਹੋਊਗਾ ਫੋਰਸ ਦਾ ਫਾਰਮੂਲਾ। ਇਸ GMM ਇੱਕ ਚੀਜ਼ ਹੋਰ ਕਰ ਲਓ ਪੁੱਤਰ, ਇਸ ਵਾਰ ਪਤਾ ਐਂ ਕਰੋ A ਪੁਆਇੰਟ ਥੱਲੇ ਲਾਓ, B ਕਿੱਥੇ ਲਾਓ ਉੱਪਰ। ਆ ਵੀ ਚੀਜ਼ ਯਾਦ ਰੱਖਿਓ ਕਿ ਆਪਾਂ ਉੱਪਰੋਂ ਨਹੀਂ ਆ ਰਹੇ, ਆਪਾਂ हाँ थल्लो जा रहे हैं। फार्मूला की हो गया एफ जी एम एम अपॉन लो भी इन नंबर 1 दे दिए, इन नंबर सीखा स्टेप पता लग गया, पिछे भी करे सी ਆਪਾਂ जी एम एम अपॉन। चलो भी हाँ जी सर। वर्क ਦਾ ਫਾਰਮੂਲਾ ਕੀ ਹੁੰਦਾ ਹੈ फोर्स इनटू डिस्प्लेसमेंट। फोर्स कितनी है जी एम एम अपॉन डिस्प्लेसमेंट कितनी है डी एक्स। जे डी एक्स डिस्प्लेसमेंट है तो फिर वर्क भी की होगा वेरी गुड लग गया पता उरे। दोनों तरफ की करेंगे हुन इंटीग्रेशन की करनी है। अक्सर उरे बच्चे कंफ्यूज होंगे ने लिमिट पुट करन लगे, कई मूँह पुरानी ਇਹੋ ਜਿਹੇ ਹੋਣਗੇ ਮੂੰਹ ਚੱਕ ਕੇ ਜਿਹੜੀਆਂ ਪਿੱਛੇ ਲਿਮਿਟਸ ਪੁੱਟ ਕੀਤੀਆਂ ਉਹੀ ਕਰਨਗੇ ਕਿ ਉੱਥੇ ਕੀ ਸੀ ਲਿਮਿਟਸ r ਟੂ ਇਨਫਿਨਿਟੀ ਟੂ r। ਇੱਥੇ ਕਿੱਥੇ ਹੋਊਗੀ ਲਿਮਿਟ ਕੀ ਹੋਊਗੀ ਉਹਦੇ ਕੈਪੀਟਲ r ਵੀ ਨਾਲੇ ਕੈਪੀਟਲ r ਤੋਂ ਇਨਫਿਨਿਟੀ। ਆਹੀ ਚੀਜ਼ ਯਾਦ ਰੱਖਣ ਵਾਲੀ ਆ ਪੁੱਤ, ਬਾਕੀ ਤਾਂ ਸਭ ਕੁਝ ਹੋ ਜੂਗਾ ਇਹ ਚ। ਆ ਚੀਜ਼ ਪਤਾ ਲੱਗ ਗਈ ਕਿ ਡਿਫਰੈਂਟ ਹੈ ਪਿਛਲੇ ਤੇ ਇਹਦੇ ਵਿੱਚ ਅਮਰਜੀਤ। ਹਾਂਜੀ ਬਸ ਹਾਂਜੀ ਹਾਂਜੀ ਆਹੀ ਡਿਫਰੈਂਟ ਹੈਗਾ ਇਹ। ਹੁਣ ਮਾਈਨਸ ਸਾਈਨ ਵੀ ਦੇਖਿਓ, ਹਾਂ ਬਾਬੂ ਕੱਟਿਆ ਜਾਂਦਾ ਉਹ ਮਾਈਨਸ ਕੱਟਿਆ ਜਾਣਾ, ਤੁਹਾਡੇ ਕੋਲ ਪਲੱਸ ਚ ਆਂਸਰ ਆਊਗਾ। ਲੋ ਜੀ ਵੀ ਬਾਹਰ ਕੱਢ ਲਓ, ਐਮ ਵੀ ਬਾਹਰ ਕੱਢ ਲਿਆ, ਸਮਾਲ ਐਮ ਵੀ ਬਾਹਰ ਕੱਢ ਲਿਆ, ਅੰਦਰ ਕੀ ਬਚ ਗਿਆ 1 ਓਵਰ -x dx ਲਿਮਿਟਸ r ਟੂ ਇਨਫਿਨਿਟੀ। ਚਲੋ ਵੀ ਇਹਦੀ ਇੰਟੀਗ੍ਰੇਸ਼ਨ ਫਿਰ ਦੁਬਾਰਾ ਸੋਲਵ ਕਰ ਲੈਂਦੇ ਆ। ਇਹਨੂੰ ਲਿਖ ਸਕਦੇ ਆ x ਦੀ ਪਾਵਰ -2 x ਦੀ ਪਾਵਰ ਇਹਦੀ ਇੰਟੀਗ੍ਰੇਸ਼ਨ ਰੂਲ ਕੀ ਕਹਿੰਦਾ ਹੁੰਦਾ ਹੈ ਇੱਕ ਪਾਵਰ ਪਲੱਸ ਕਰ ਦੋ ਤੇ ਡਿਵਾਈਡ ਕਰ ਦੋ, ਆਨਸਰ ਕੀ ਆਊਗਾ x ਦੀ ਪਾਵਰ -1 ਡਿਵਾਈਡਡ ਬਾय -1। ਇਹਨੂੰ ਲਿਖ ਸਕਦੇ ਹੋ -1/x ਕਿਉਂਕਿ ਨੀਚੇ ਆ ਜਾਊਗਾ। ਮਤਲਬ ਇੰਟੀਗ੍ਰੇਸ਼ਨ ਨੂੰ ਸੋਲਵ ਕਰਕੇ ਕਿੰਨਾ ਆਨਸਰ ਆ ਗਿਆ ਮਾਈਨਸ ਬਾਹਰ ਕੱਢ ਲਓ 1/x ਲਿਮਿਟਸ r ਟੂ ਲੋ ਵੀ ਪੁੱਤਰ ਇੱਥੇ ਤੱਕ ਲੱਗਿਆ ਪਤਾ। ਹੁਣ ਆਪਣਾ ਕੰਮ ਕੀ ਹੈ ਅਪਰ ਲਿਮਿਟ ਮਾਈਨਸ ਅਪਰ ਲਿਮਿਟ ਮਾਈਨਸ ਅਪਰ ਲਿਮਿਟ ਕਿੰਨੀ ਹੈ ਇਨਫਿਨਿਟੀ, ਲੋਅਰ ਲਿਮਿਟ ਕਿੰਨੀ ਹੈ ਚਲੋ 1/infinity ਕਿੰਨਾ ਹੁੰਦਾ 0। लो भी आ बन गया थोड़ा आंसर -1/r 0 माइनस। ठीक है आप माइनस ना माइनस कैंसिल r बार आ गया कितना आ गया जी एम एम अपॉन इथे वर्ग आ निकलिया। पहला ओरे तक करो मनिंदर लग गया पता माइनस चक्या गया। हाँ जी हाँ जी हाँ जी ये तो सौखे हो जी ऑर्बिटल वाली ते स्पेशल के सौखे ने कोई ना वो भी कर लेने बता ਆਪਾਂ ਉੱਥੇ ਹੀ ਪਹੁੰਚਾਂਗੇ। ਆ ਦੇਖ ਲਓ ਸਟੈਪ ਸਾਰੇ। ਸ਼ੀਖਾ ਲੱਗ ਗਿਆ ਪਤਾ हाँ जी सर। ਕਨਿਕਾ देख लो फिर ਅੱਗੇ ਕਰਨਾ ਹਜੇ ऑर्बिटल ਖਤਮ ਨਹੀਂ एस्केप ਖਤਮ ਨਹੀਂ ਹੋਈ ਇਹ ਤਾਂ ਅੱਗੇ ਚੱਲਣੀ ਹੈ। करिए तार लो खेती तारो फिर आगे करिए। और ना पेपर कदों है हर्ष का हो गया मैथ का पेपर तो बाकी है आज तो उनका केमिस्ट्री दे बनाने 10 ऑफलाइन होया साडा पेपर फिर कह जा सी ऑफलाइन तो तुसी फस गए होने है ना। चलो तेरा तो पेपर ही नहीं आया हो गया उरे तक करिए अगे उत्ते किते होए नोट से तू भाई की निकले थोड़े कोल इस केस दे विच वर्क क्या निकले जी
m m m n r upon r ਆਹੀ ਨਿਕਲਿਆ ਆਂਸਰ। ਚਲੋ ਵੀ ਹੁਣ Yes. ਦੇਖੋ, ਸੁਣਿਓ ਧਿਆਨ ਨਾਲ। ਹੁਣ ਕਹਿੰਦੇ ਘੱਟ ਤੋਂ ਘੱਟ ਇੰਨਾ ਵਰਕ ਤਾਂ ਕਰੋ ਕਿ ਬਾਹਰ ਨਿਕਲ ਜਾਏ, ਮਤਲਬ ਕਿ ਤੁਹਾਡਾ ਵਰਕ ਤੇ ਉਸ ਆਬਜੈਕਟ ਦੀ ਕਿਨੈਟਿਕ એનર્ਜੀ, ਜਿਹੜੀ ਚੀਜ਼ ਮੂਵ ਕਰਦਾ ਹੁੰਦਾ ਹੈ, ਜਿਹੜੀ ਚੀਜ਼ ਮੂਵ ਕਰਦੀ ਉਹਦੀ ਕਿਹੜੀ એનર્ਜੀ ਹੁੰਦੀ ਹੈ? ਕਿਨੈਟਿਕ એનર્ਜੀ ਹੁੰਦੀ। ਕਿਹੜੀ એનર્ਜੀ ਹੁੰਦੀ ਹੈ? ਯਾਦ ਰੱਖਣਾ ਹੈ, ਜਿਹੜੀ ਚੀਜ਼ ਮੂਵ ਕਰਦੀ ਹੁੰਦੀ ਕੋਲ એનર્ਜੀ ਕਿਹੜੀ ਹੁੰਦੀ ਹੈ? ਤੇ ਕਿਨੈਟਿਕ એનર્ਜੀ ਵੀ ਵਰਕ ਹੀ ਹੁੰਦਾ ਹੈ। ਮੈਂ ਕਿੰਨੀ ਵਾਰ ਦੱਸਿਆ ਤੁਹਾਨੂੰ, એનર્ਜੀ ਤੇ ਵਰਕ ਦੋਨੋਂ ਸੇਮ ਥਿੰਗਸ ਹੁੰਦੀਆਂ ਨੇ, ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਤੇ ਮਤਲਬ ਜਿੰਨਾ ਤੁਸੀਂ ਵਰਕ ਕਰੋਗੇ ਓਨਾ ਹੀ ਉਸ ਬੋਡੀ ਦੀ ਕੀ ਹੋਣੀ ਚਾਹੀਦੀ ਹੈ? ਕਿਨੈਟਿਕ એનર્ਜੀ ਹੋਊਗੀ। ਕੀ ਹੋਊਗੀ? मतलब कि वर्क इज इक्वल टू क्या होगा? किनेटिक एनर्जी। वर्क का फार्मूला की है जी एम एम अपॉन आर। किनेटिक एनर्जी का फार्मूला क्या होता है? हाफ एम वी स्केयर। देखो भी आ लग गया पता चीज किवें कीती है मैं? जिन्ना तुसी वर्क करोगे ओनी उस बॉडी की की होगी? किनेटिक एनर्जी होगी। दोनों इक्वल रख लिया। हुण अपना काम इत्थे वी कढना है। एम नाल एम को तो करो कैंसल। वी स्केयर की वैल्यू कितनी आ गई? जी एम अपॉन आर। जी एम अपॉन इतने तक लग गया पता? 2 भी चल गया, 2 भी आ गया। 2 जी एम अपॉन आर। दोनों तरफ अंडर रूट ले लिए, की आ जाऊगा आंसर? लग गया पता? पर पुरानियों एक फार्मूला कितना सी आह हाँ जी जी वैल्यू जी एम अपॉन आर। कितना सीगा? जी एम की वैल्यू क्या आ जाएगी? जी आर स्क्वायर। जी एम जी की वैल्यू पुट कर दो जी आर स्क्वायर। की आ गया? 2 जी आर स्क्वायर अपॉन आर। एक आर नाल आर कितना आंसर आ गया? अंडर रूट 2 जी आर। हुण तुहानूं पता अर्थ दा रेडियस कितना हुंदा है? 6400 किलोमीटर। कितना हुंदा है? 6400। ग्रेविटेशन ग्रेविटी की वैल्यू 10 पुट कर लो, ਇਹਦੀ वैल्यू आर ਦੀ 6400। ਇਹਨੂੰ ਸਾਰੇ ਨੂੰ ਸੋਲਵ ਕਰੋਗੇ ਨਾ ਇੰਨਾ ਹੀ ਆਨਸਰ ਆਊਗਾ 11.2 ਕਿਲੋਮੀਟਰ ਪਰ। ਆਹ ਨਿਕਲੀ ਹੈ ਤੁਹਾਡੇ ਕੋਲ ਐਸਕੇਪ ਵੈਲੋਸਿਟੀ ਪੁੱਤ, ਆਹ ਹੁੰਦੀ ਹੈ। ਸਾਰਾ ਇੱਕ ਵਾਰ ਦੇਖ ਲਓ, ਸੌਖਾ ਹੀ ਹੈ ਕੰਮ। ਨੁਮੈਰੀਕਲ ਵੀ ਆਣਗੇ ਪਤਾ ਕਰਾਉਂਗਾ। हाँ फिर ये आही पाते होंगे ने ਤਾਂ ਹੀ ਤਾਂ ਕਿਹਾ ਇੰਪੋਰਟੈਂਟ ਆ। ਦੇਖ ਲਓ ਧਿਆਨ ਨਾਲ ਸਟੈਪ। ਜਿੰਨਾ ਤੁਸੀਂ ਵਰਕ ਕਰਿਆ ਉਹਨਾਂ ਉਸ ਸਬਜੈਕਟ ਦੀ ਕਿਨੈਟਿਕ એનર્ਜੀ ਹੋਊਗੀ। ਠੀਕ ਹੈ, ਵਰਕ ਤੇ ਕਿਨੈਟਿਕ એનર્ਜੀ ਇਕੁਅਲ ਰੱਖ ਲੈ। ਬਾਅਦ ਚੋਂ ਅੱਗੇ ਤਾਂ ਥੋੜਾ ਮੈਥ ਸਟਰੋਂਗ ਹੈਗਾ ਹੀ ਆ ਸ਼ਬਦ, ਹੈ ਨਾ ਰਾਧਾ? शिखा लग गया पता? मनिंदर, विभूति, हाँ जी सर। हाँ जी सर। कनिका देखो हाँ जी सर। ਹੁਣ ਅੱਗੇ ਆਪਣੇ ਕੋਲ ਕਿਹੜੀ ਵੈਲੋਸਿਟੀ ਆਊਗੀ? ਕਿਹੜੀ ਵੈਲੋਸਿਟੀ ਹੋਊਗੀ? तो ऑर्बिटल वेलोसिटी। नेक्स्ट अपने को केड़ी वेलोसिटी होगी? ऑर्बिटल वेलोसिटी। ये ਜਿਹੜੀ ਵੈਲਿਊ ਸੀ 8 ਦੀ ਸੀ। ਆਹ ਵੈਲਿਊ 8 ਦੀ ਸੀ। वो तो अर्थ ते गल तो अर्थ दी है ही नहीं। ई एस्केप वेलोसिटी है, मतलब घट तो घट इन्नी वेलोसिटी चाहिए थानू इत्थे ताकि वो बाहर निकल जाए, स्पेस से पहुंच जाए, ताकि वो एस्केप वेलोसिटी आ है। हो गया क्लियर? दिमाग से पै गई एस्केप वेलोसिटी की है। हुण अपने कोल किहड़ी वेलोसिटी आऊगी? ऑर्बिटल। जे आ ना आई तो फिर वो आ जाऊगी, एक तो पक्का आऊगी पेपर च। जे एस्केप नहीं फिर ऑर्बिटल। ध्यान नाल हुण देखो ऑर्बिटल। ऑर्बिटल सौखी है, इहदे नालों डेरिवेशन होती। आ लो भी आ अर्थ है कि आह अर्थ का रेडियस कितना है? इत्थे आपां बाहर बोर नहीं कढना, बाहर तो एस्केप वेलोसिटी ने कढ ही देना है। ठीक है, इत्थे की है? ऑर्बिटल वेलोसिटी है। नाम तो ही की पता लगता है? ऑर्बिटल वेलोसिटी मतलब ऑर्बिट च घूमूगा। आ अर्थ के बाहर ऑर्बिट है, अर्थ के बाहर की आह ऑर्बिट है। जिवें केमिस्ट्री च करदे हुंदे ना ऑर्बिट, आ अर्थ के बाहर की एक ਇਹਦੀ अर्थ सरफेस तो हाइट हैगी है h। कितनी है? ਤਾਂ टोटल हाइट कितनी हो जाएगी दसोगे कोई जाना?
आर प्लस चलो भी ਇਹਦਾ ਲੱਗ ਗਿਆ ਤੁਹਾਨੂੰ ਪਤਾ ਅਰਥ ਹੈ ਹੁਣ ਆਪਾਂ ਬਾਹਰ ਤਾਂ ਕੱਢਤਾ ਸੈਟੇਲਾਈਟ ਉਹ ਕਿਹਨੇ ਕੱਢਿਆ ਬਾਹਰ ਸੈਟੇਲਾਈਟ ਕਿਹੜੀ ਵੈਲੋਸਿਟੀ ਨੇ ਐਸਕੇਪ ਨੇ ਹੁਣ ਉਹ ਬਾਹਰ ਨਿਕਲ ਚੁੱਕਿਆ ਹੁਣ ਸੈਟੇਲਾਈਟ ਆਰਬਿਟ 'ਚ ਘੁੰਮਣਾ ਸਟਾਰਟ ਕਰ ਦੇਣਾ ਆਪਾਂ ਦੇਖਣਾ ਜਦੋਂ ਸੈਟੇਲਾਈਟ ਆਰਬਿਟ 'ਚ ਘੁੰਮ ਰਿਹਾ ਹੈ ਉਹਦੀ ਕਦ ਕਿੰਨੀ ਵੈਲੋਸਿਟੀ ਹੋਗੀ ਕੀ ਹੋਗੀ ਹੁਣ ਆਰਬਿਟਲ ਵੈਲੋਸਿਟੀ ਡੈਫੀਨੇਸ਼ਨ ਕੀ ਹੋਗੀ ਕਹਿੰਦੇ ਮਿਨੀਮਮ ਇੰਨੀ ਵੈਲੋਸਿਟੀ ਹੋਵੇ ਕਿ ਜਿਹੜਾ ਸੈਟੇਲਾਈਟ ਹੈ ਉਹ ਕਿੱਥੇ ਘੁੰਮੇ ਆਰਬਿਟ 'ਚ ਘੁੰਮੇ ਸਰਕੂਲਰ ਆਰਬਿਟ 'ਚ ਘੁੰਮੇ ਉਹ ਵੈਲੋਸਿਟੀ ਨੂੰ ਕੀ ਬੋਲਦੇ ਆ ਆਪਾਂ ਆਰਬਿਟਲ ਵੈਲੋਸਿਟੀ ਮਿਨੀਮਮ ਇੰਨੀ ਵੈਲੋਸਿਟੀ ਹੋਵੇ ਕਿ ਜਿਹੜਾ ਕੀ ਹੈ ਸੈਟੇਲਾਈਟ ਹੈ ਉਹ ਕੀ ਕਰੇ ਅਰਥ ਦੇ ਅਰਾਊਂਡ ਆਰਬਿਟ 'ਚ ਘੁੰਮੇ ਉਹ ਵੈਲੋਸਿਟੀ ਨੂੰ ਕੀ ਬੋਲਦੇ ਆ ਆਪਾਂ ਆਰਬਿਟਲ ਵੈਲੋਸਿਟੀ ਕੀ ਬੋਲਦੇ ਆ ਆਪਾਂ ਇੰਨੀ ਚੀਜ਼ ਸਭ ਨੂੰ ਸਮਝ ਲੱਗ ਗਈ what is the orbital velocity the velocity required to revolve a satellite in the orbit around the earth clear हो गई डेफिनेशन मनिंदर विभूति शिखा अमरजीत यस सर कि कितनी वेलोसिटी चाहिए है अर्थ के अराउंड ऑर्बिट च घूमन लई ਉਹਨੂੰ ऑर्बिटल वेलोसिटी कहते हैं ਇੱਥੇ ਹੋ ਗਈ ਡੈਫੀਨੇਸ਼ਨ ਕੰਪਲੀਟ ਇਹਦੀ ਹੁਣ ਇਹਦਾ ਪ੍ਰੂਫ ਦੇਖਿਓ ਕਿੰਨਾ ਡਿਸਟੈਂਸ r ਪਲਸ h तो सोच के देखो फिर f की वैल्यू क्या होती है पुत्र वैसे f की वैल्यू क्या होती है ग्रेविटेशनल फोर्स g m अपॉन r स्क्वायर r plus h ਦੀ ਹੋਲ हाँ ਸਕੇਅਰ उरे r plus h ਦਾ होल स्क्वायर आना डिस्टेंस कितना देखो ਤਾਂ ਫਿਰ ਉਰੇ ਕੀ ਲਿਖੋਗੇ r plus h ਦਾ ਆਹ ਚੀਜ਼ ਯਾਦ ਰੱਖਣੇ ਵਾਲੀ ਹੈ ਪੁੱਤਰ ਕਈ ਹੋਣਗੇ ਇਹ ਜਿਹੜੇ ਉਰੇ r ਲਿਖਣਗੇ ਤੇ ਕਿਰਪਾ ਕਰਕੇ ਇੱਧਰ ਨਿਗਾਹ ਮਾਰ ਲਿਓ ਡਿਸਟੈਂਸ ਕਿੰਨਾ ਹੈ r ਪਲਸ ਤਾਂ ਉਰੇ r ਪਲਸ h ਲੈਣਾ ਨੰਬਰ 1 ਹੋ ਗਈ ਹੁਣ ਚਲੋ ਵੀ ਜਦ ਕਿਸੇ ਚੀਜ਼ ਨੂੰ ਸਰਕਲ 'ਚ ਘੁਮਾਉਣਾ ਹੋਵੇ ਤਾਂ ਕਿਹੜੀ ਫੋਰਸ ਚਾਹੀਦੀ ਹੁੰਦੀ ਹੈ ਸੈਂਟਰੀਪੀਟਲ ਫੋਰਸ ਉਹਦਾ ਫਾਰਮੂਲਾ ਹੁੰਦਾ ਪਤਾ mv²/r mv²/r ਉਰੇ ਕੀ ਹੋਊਗਾ ਫਿਰ mv²/r ਪਲਸ ਫਿਰ ਉਰੇ ਯਾਦ ਰੱਖਿਓ ਡਿਸਟੈਂਸ ਕਿੰਨਾ ਹੈ लो भी लग गया पता ਹੁਣ ਕਹਿਣ ਦਾ ਮਤਲਬ ਪਤਾ ਕੀ ਹੈ ਜੇ ਤੁਸੀਂ ਇਹਨੂੰ ਸਰਕਲ 'ਚ ਘੁਮਾਣਾ ਹੈ ਤਾਂ ਦੋਨੋਂ ਫੋਰਸਿਸ ਕੀ ਹੋਣੀ ਚਾਹੀਦੀਆਂ ਇਕੁਅਲ ਦੋਨੋਂ ਫੋਰਸਿਸ ਕੀ ਹੋਣੀ ਚਾਹੀਦੀਆਂ ਦੋਨੋਂ ਨੂੰ ਇਕੁਅਲ ਰੱਖ ਲਓ ਲੋ ਵੀ ਰੱਖੇ ਇਕੁਅਲ देखो कैंसिल होता कुछ एक r प्लस r h कैंसिल हो गया जी एम भी कैंसिल हो गया आ रह गया आंसर देखो उन्हें तक स्टेप पता लग गया देखो देखो यस सर चलो भी ਹੁਣ ਅੱਗੇ ਦੇਖਿਓ ਧਿਆਨ ਨਾਲ ਕਹਿੰਦੇ ਜਿਹੜਾ ਆਰਬਿਟ ਹੈ ਨਾ ਸੁਣ ਲਓ ਧਿਆਨ ਨਾਲ ਡਾਇਗਰਾਮ ਤੇ ਤੁਹਾਨੂੰ ਲੱਗਦਾ ਕਿੰਨੀ ਦੂਰ ਹੈ ਪਰ ਐਵੇਂ ਨਹੀਂ ਹੁੰਦਾ ਜਿਹੜਾ ਆਰਬਿਟ ਹੁੰਦਾ ਅਰਥ ਦੇ ਕੀ ਹੁੰਦਾ ਬਹੁਤ ਨੇੜੇ ਹੁੰਦਾ मतलब कि r ਜਾਂ ਇਹ ਕਹਿ ਦੋ ਆਰਬਿਟ ਬਹੁਤ ਨੇੜੇ ਤਾਂ ਆ ਬਹੁਤ ਛੋਟਾ ਹੁੰਦਾ ਡਿਸਟੈਂਸ ਮਤਲਬ h ਨੂੰ ਆਪਾਂ ਕੀ ਕਰ ਸਕਦੇ ਹਾਂ ਨੈਗਲੈਕਟ ਕਰ ਸਕਦੇ ਹਾਂ h ਨੂੰ ਆਪਾਂ ਕੀ ਕਰ ਸਕਦੇ ਹਾਂ ਨੈਗਲੈਕਟ ਤਾਂ ਉਰੇ h ਕੀ ਕਰ ਦੋਗੇ ਬਚ ਕੇ ਜਾਊਗਾ gm/r ठीक है उरे में लिख दो h इज नेग्लेक्टेड ठीक है आ लो भी अगला क्वेश्चन स्टेप की होगा दोनों पासे अंडर रूट ले लोगे लो भी सर उत्ते नहीं लेना से फिरता है वो तो लेना है यार क्योंकि थोड़ा हाइट तो शो करनी हो ओदी चलो भी आगे करिए ਅੱਗੇ ਆਪਾਂ ਸਮਾਲ g ਦੀ ਵੈਲਿਊ ਕੀ ਕਰਦੇ ਹੁੰਦੇ ਸੀ gm/r² gm ਦੀ ਵੈਲਿਊ ਕੀ ਹੋਊਗੀ g r² ਪੁੱਟ ਕਰ ਦਈਏ ਇੱਥੇ gm ਦੀ ਜਗ੍ਹਾ ਲੋ ਵੀ g r² r ਇੱਕ r ਨਾਲ r ਕੈਂਸਲ ਕਿੰਨਾ ਆਂਸਰ ਆ ਗਿਆ ਅੰਡਰ ਲੱਗ ਗਿਆ ਪਤਾ ਇਹਦੀ ਵੈਲਿਊ ਹੁੰਦੀ ਹੈ 9.2 ਕਿਲੋਮੀਟਰ ਪਰ ਸੈਕਿੰਡ 9.2 ਇੱਥੇ ਹੋ ਗਿਆ ਕਲੀਅਰ ਆ ਐਵੇਂ ਸੋਲਵ ਕਰਨਾ ਆ ਸਿੰਪਲ ਉਹਦੇ ਨਾਲੋਂ ਉਹ ਤੇ ਵਰਕ ਕਰਦੇ ਹੁੰਦੇ ਜੇ ਲੋੜ ਨਹੀਂ ਪੈਂਦੀ ਇਹ ਤੇ ਸਿੰਪਲ ਆ ਸਟੈਪ ਲਾ ਕੇ ਕਰਦੇ ਹੁੰਦੇ ਦੇਖੋ ਧਿਆਨ ਨਾਲ ਨਿਊਮੈਰੀਕਲ ਪਤਾ ਕਰਵਾਉਂਗਾ ਟੈਨਸ਼ਨ ਕਾਹ ਲੈਣੀ ਨਿਊਮੈਰੀਕਲ ਹੋਣਗੇ ਹੁਣ देखो ध्यान नाल शिखा मनिंदर विभूति कनिका देखो स्टेप सारे जी सर लग गया पता
हो गया? हो गया? लग गया पता? मनिंदर, हाँ जी सर। विभूति, हो गया क्लियर सारा? हाँ कर दें रेस? हाँ जी सर। तो चलो भी पेपर 'ਚ ਪਤਾ ਕੀ ਆਉਂਦਾ ਹੁੰਦਾ ਓਏ ਪੇਪਰ ਦੇ ਵਿੱਚ ਜੇ ਕਿਤੇ ਮਾੜੀ ਕਿਸਮਤ ਹੋਵੇ ਨਾ escape ਪੁੱਛਦੇ ਆ ਨਾ orbital ਪੁੱਛਦੇ ਆ ਤਾਂ ਪਤਾ ਕੀ ਪੁੱਛਣਗੇ 2 ਨੰਬਰ 'ਚ find the ratio of escape and orbital velocity ਆ ਪੁੱਛਣਗੇ ਕੁਐਸਚਨ ਰੇਸ਼ੋ ਪੁੱਛਣਗੇ ਜੇ ਕਦੇ ਮਾੜੀ ਕਿਸਮਤ ਹੋਵੇ ਪੇਪਰ ਮੇਰੇ ਵਰਗਾ ਪਾਉਂਦਾ ਹੋਵੇ ਤਾਂ ਆਪਾਂ ਉਲਟੀ ਪਾ ਦੇਈਦਾ ਚੱਕ ਕੇ ਕੁਛ ਨਹੀਂ ਪੁੱਛਣਾ orbital ਕੁਛ ਨਹੀਂ ਪੁੱਛਣਾ escape ਕੀ ਕਹਿਣਗੇ ਰੇਸ਼ੋ ਆਫ escape and orbital velocity ਹੁਣ ਕੁਝ ਜਿਹੜੇ ਇੱਕ ਚੀਜ਼ ਯਾਦ ਰੱਖਿਓ ਆਪਾਂ ਸਪੂਨ ਫਿਟਿੰਗ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਜੇ ਮੈਂ ਹਰੇਕ ਚੀਜ਼ ਕਰਾਉਂਦਾ ਤਾਂ ਮਤਲਬ ਪੜ੍ਹਨੀ ਹਰੇਕ ਚੀਜ਼ ਆਪਾਂ ਐਵੇਂ ਨਹੀਂ escape ਤੇ orbital ਹੀ ਪੜ੍ਹਨੀ ਆ ਪੜ੍ਹਨਾ ਨਹੀਂ ਰੇਸ਼ੋ ਦਾ ਮਤਲਬ ਕੀ ਹੁੰਦਾ ਡਿਵਾਈਡ ਕਰਨਾ ਸਭ ਤੋਂ ਪਹਿਲਾਂ ਤਾਂ escape velocity ਵੈਲਿਊ ਲਿਖੋ ਕਿੰਨੀ ਹੁੰਦੀ ਹੈ ਅੰਡਰ ਰੂਟ 2gr orbital velocity ਕਿੰਨੀ ਹੁੰਦੀ ਹੈ ਅੰਡਰ ਰੂਟ ਆਹੀ ਹੁੰਦੀ ਹੈ ਕੈਪੀਟਲ ਆਰ ਪਾ ਲਓ ਸਮਾਲ ਆਰ ਪਾ ਲਓ ਤੁਹਾਡੀ ਮਰਜ਼ੀ ਹੈ ਤੁਸੀਂ ਪਿੱਛੇ ਕਿਵੇਂ ਦਿੱਤਾ ਹੋਇਆ ਠੀਕ ਹੈ ਰੇਸ਼ੋ ਦਾ ਮਤਲਬ ਕੀ ਹੁੰਦਾ ਉਹਨਾਂ ਨੇ ਕੀ ਕਰਨਾ ਹੈ ਵੀ ਹਾਂ ਲਓ ਵੀ ਰੂਟ 2gr ਅਪੋਨ ਰੂਟ gr कैंसल आंसर की बारी दिया रूट 2 मतलब रेशो कितनी आई रूट 2 रेशो 1 आप फाइंड करना होता मैं 1 या 2 नंबर पा देंगे क्वेश्चन देखो ध्यान नाल मनिंदर लग गया पता हाँ जी सर escape velocity 2 नंबर च आंदी है 3 जाऊगी पता escape 3 जाऊगी orbital 2 च आ सकती है escape 3 च आऊगी करिए आगे आ लग गया पता हुन ठीक है स्क्रीन देखी क्लियर है तेनू हाँ जी सर क्लियर है चलो जी कर दे रेज कर दो हुन अपने को अगला टॉपिक है टाइम पीरियड ऑफ सैटेलाइट ध्यान नाल देखियो हुन अगला टॉपिक क्या है अपने को टाइम पीरियड ऑफ सैटेलाइट कल ये न्यूमेरिकल करने आप यूनिट दे अगला वाला जो पीरियड अपना होगा लेक्चर परसों फ्राइडे कल तुम आज की फ्राइडे संडे नु मतलब 7 बजे टाइम पीरियड ऑफ सैटेलाइट सुन लो ध्यान नाल तुसीं कदी गलती नाल पढ़ लिया होवे वेलोसिटी का फार्मूला हुंदा है डिस्टेंस अपॉन टाइम की हुंदा है डिस्टेंस अपॉन टाइम का फार्मूला की होगा फिर डिस्टेंस अपॉन आही होगा मानते हो आ चीज होगी ਜਦੋਂ ਆਪਾਂ ऑर्बिटल वेलोसिटी फाइंड कर रहे ਸੀਗੇ ਤਾਂ ਟੋਟਲ ਡਿਸਟੈਂਸ ਕਿੰਨਾ ਸੀਗਾ ਹੁਣ ਇੱਕ ਚੀਜ਼ ਹੋਰ ਵੀ ਸੁਣ ਲਓ ਟੋਟਲ ਡਿਸਟੈਂਸ ਪੁੱਛ ਰਿਹਾ ਮੈਂ ਸਰਕਲ ਹੁੰਦਾ ਸਰਕਲ ਦੇ ਵਿੱਚ ਟੋਟਲ ਡਿਸਟੈਂਸ ਕਿੰਨਾ ਹੁੰਦਾ ਸਰਕਲ ਦੇ ਟੋਟਲ ਡਿਸਟੈਂਸ ਕਿੰਨਾ ਹੁੰਦਾ ਸਰਕਮਫਰੈਂਸ 2 पाई r ठीक है फिर पूरे टोटल डिस्टेंस कितना होगा 2 पाई r प्लस h लग गया पता सर्कल का सर्कमफ्रेंस कितना होता है 2 पाई r पर उरे की है r प्लस h लेना है लग गया पता आ क्लियर होगी चीज चलो भी अगे नीचे ऑर्बिटल वेलोसिटी कितनी सी ऑर्बिटल वेलोसिटी कितनी सी gr अंडर रूट है ना मतलब आ भी सी कटी ਆਪਾਂ gm अपॉन r प्लस h दसो आ भी कटी सी ना वेलोसिटी एक स्टेप पहला जाओ एवें नहीं भी एंडला स्टेप ही देखना है आ भी सीगा उत्थे आंसर एक स्टेप पहला हो तो आही सी ना आ दोनों कितने पुट कर देंगे पूरे पुट कर दो कितने पुट कर देने लो भी 2 पाई r प्लस h डिवाइडेड बाय अंडर रूट gm अपॉन r plus h देखो भी पुरानियों लगी थोनू पता है चीज किवें बनी है देखो लगे पता कोई कंफ्यूजन हो गया
ਹੁਣ ਇੱਕ ਸਟੈਪ ਹੋਰ ਕਰਨ ਲੱਗਿਆ ਪੁੱਤ ਮੈਂ ਆ r ਪਲੱਸ h ਉੱਪਰ ਚਲ ਜੂਗਾ ਨਾ, ਅੰਡਰ ਰੂਟ ਥੱਲੇ ਹੈ ਉੱਪਰ ਚਲ ਜੂਗਾ। ਇਹਨੂੰ ਐਂ ਵੀ ਲਿਖ ਸਕਦੇ ਹੋ ਤੁਸੀਂ, ਅੰਡਰ ਰੂਟ r ਪਲੱਸ h ਅਪੋਨ gm। ਦੇਖੋ ਭਾਈ ਆ ਸਟੈਪ ਪਤਾ ਲੱਗਿਆ ਕਿਵੇਂ ਕੀਤਾ, ਦਿਮਾਗ 'ਚ ਪੈ ਗਿਆ। ਮੈਂ ਇਹ ਚੀਜ਼ ਸੀ ਉੱਪਰ ਚੱਕ ਕੇ ਲੈ ਗਿਆ। ਹੁਣ ਜੇ ਆ ਅੰਦਰ ਜਾਣਾ ਹੋਵੇ ਕੀ ਬਣ ਕੇ ਅੰਦਰ ਜਾਊਗੀ, ਸਕੇਅਰ ਬਣ ਕੇ ਅੰਦਰ ਜਾਊਗੀ। ਜਿਹੜੀ ਚੀਜ਼ ਸਕੇਅਰ 'ਚ ਹੁੰਦੀ ਹੈ ਅੰਦਰ, ਉਹ ਇੱਕ ਜਿਵੇਂ ਅੰਦਰ ਸਕੇਅਰ ਹੋਵੇ ਇੱਕ ਚੀਜ਼ ਬਾਹਰ ਆ ਜਾਂਦੀ ਹੈ। ਜੇ ਕੋਈ ਬਾਹਰ ਤੋਂ ਅੰਦਰ ਲੈ ਕੇ ਜਾਣੀ, ਕੀ ਬਣੂਗਾ ਅੰਦਰ ਜਾ ਕੇ, ਅੰਦਰ ਜਾ ਕੇ ਨਾ ਸਕੇਅਰ ਬਣ ਜਾਣਾ। ਇੱਕ ਆ ਪਿਆ ਤਾਂ ਟੋਟਲ ਕੀ ਬਣ ਜਾਊਗਾ, ਕਿਊਬ। ਤੁਹਾਡੇ ਕੋਲ ਆਨਸਰ ਕੀ ਬਣ ਜਾਊਗਾ, 2 ਪਾਈ ਅੰਡਰ ਰੂਟ r ਪਲੱਸ h ਦਾ ਕਿਊਬ ਅਪੋਨ। ਦੇਖੋ ਭਾਈ ਆ ਸਟੈਪ ਪਤਾ ਲੱਗੇ, ਸਾਰਾ ਸਟੈਪ ਧਿਆਨ ਨਾਲ ਦੇਖ ਲਓ। ਜੇ ਹਜੇ ਵੀ ਚਾਰਾਂ ਜੋ ਕੋਈ ਕਨਫਿਊਜ਼ਨ ਹੈ ਪੁੱਛੋ ਹੁਣੀ। ਮਹਿੰਦਰ ਹੁਣ ਦੇਖ ਲੈ ਧਿਆਨ ਨਾਲ ਸਪੈਸ਼ਲ ਕੇਸ। ਹਾਂਜੀ ਦੇਖ ਲਓ। ਹੁਣ ਇੱਕ ਚੀਜ਼ ਯਾਦ ਰੱਖਿਓ, ਟੋਟਲ ਸਰਕਮਫਰੈਂਸ 2 ਪਾਈ r ਹੁੰਦਾ ਹੈ। ਜਦੋਂ ਆਪਾਂ ਆਰਬਿਟਲ ਵੈਲੋਸਿਟੀ ਫਾਈਂਡ ਕਰਦੇ ਤਾਂ ਡਿਸਟੈਂਸ r ਪਲੱਸ h ਹੁੰਦਾ ਹੈ, ਤਾਂ ਟੋਟਲ ਡਿਸਟੈਂਸ ਕਿੰਨਾ ਹੋ ਗਿਆ, 2 ਪਾਈ r ਪਲੱਸ h। ਹੁਣ ਮੈਂ ਆਰਬਿਟਲ ਵੈਲੋਸਿਟੀ ਹੁਣੀ ਕਰਾ ਕੇ ਹਟਿਆ, ਉਹਦੀ ਵੈਲਿਊ ਕੀ ਆਉਂਦੀ ਹੈ, ਅੰਡਰ ਰੂਟ gm ਅਪੋਨ r ਪਲੱਸ h। ਬਸ ਟਾਈਮ 'ਚ ਪੁੱਟ ਕਰਤੀ ਵੈਲਿਊਜ਼। ਸਾਰੇ ਸਟੈਪ ਦੇਖ ਲਓ, ਉਤਾਰਨੇ ਉਤਾਰ ਲਓ, ਸਕਰੀਨਸ਼ਾਟ ਲੈਣੇ ਸਕਰੀਨਸ਼ਾਟ ਲੈ ਲਓ। ਫਿਰ ਅੱਗੇ ਕਰੀਏ। ਕਿੰਨਾ ਕੁ ਰਹਿ ਗਿਆ ਹੁਣ, ਹੈਗਾ ਬੜਾ ਹੋ ਵੈਸੇ। ਸੈਟਲਾਈਟ ਕਰਨੀ ਹੈ। ਦੇਖੋ ਭਾਈ ਜਲਦੀ ਫਿਰ ਕਰੀਏ ਅੱਗੇ। ਬਸ ਉਰੇ ਤੱਕ ਹੀ ਤਾਰੇ ਹੋਏ ਨੇ। ਉਰੇ ਤੱਕ ਕਿਸੇ ਜਿੰਨੇ ਤੁਸੀਂ ਫੋਟੋ ਭੇਜਦੇ ਸੀ ਉਹਨੇ ਹੀ ਆ ਬਸ। ਅੱਛਾ ਕਰਾਂ ਅੱਗੇ, ਲਾਸਟ ਸਟੈਪ ਰਹਿ ਗਏ ਬਸ। ਕਰ ਦੋ ਸਰ। ਇਹ ਜੋ ਲਾਸਟ ਸਟੈਪ ਹੈ ਅੱਗੇ ਇੱਕ ਲਾਸਟ ਸਟੈਪ ਹੈ, ਇਹ ਕੀਤਾ ਨਹੀਂ ਹੈ, ਕੀਤਾ ਹੋਇਆ ਹੈ। ਚਲੋ ਵੀ ਕਰੀਏ ਅੱਗੇ। ਆਨਸਰ ਯਾਦ ਕਰ ਲਿਆ। ਆਨਸਰ ਪਤਾ ਇਹਨੂੰ ਯਾਦ ਕਰਨ ਦੀ ਲੋੜ ਹੁੰਦੀ ਨਹੀਂ, ਥੋੜੇ ਦਿਮਾਗ 'ਚ ਸਟੈਪ ਯਾਦ ਰਹਿਣੇ ਚਾਹੀਦੇ ਆ ਕਿ ਵੀ ਆ 2 ਪਾਈ r ਪਲੱਸ h ਯਾਦ ਹੀ ਕਰਾ ਲਓ। ਡਿਸਟੈਂਸ ਅਪੋਨ ਸਪੀਡ ਕਰਨਾ, ਡਿਸਟੈਂਸ ਆ ਹੁੰਦਾ ਸਪੀਡ ਆ ਹੁੰਦੀ, ਡਿਵਾਈਡ ਕਰਤਾ ਉਲਟਾ ਕੇ ਉੱਪਰ ਅੰਦਰ ਲੈ ਕੇ ਗਏ, ਸਕੇਅਰ ਬਣ ਗਿਆ ਤੇ ਅੰਦਰ ਕਿਊਬ ਹੋ ਗਿਆ। ਚਲੋ ਵੀ ਆਨਸਰ ਯਾਦ ਰੱਖਿਓ। ਹੁਣ ਤੁਹਾਡੇ ਕੋਲ ਆਨਸਰ ਨਿਕਲਿਆ ਏ ਕੀ ਨਿਕਲਿਆ ਆਨਸਰ, 2 ਪਾਈ ਅੰਡਰ ਰੂਟ r plus h upon gm r plus h ਦਾ ਕਿਊਬ ਅਪੋਨ the cube gm। ਆਹੀ ਨਿਕਲਿਆ ਆਨਸਰ। ਤੇ ਤੁਹਾਨੂੰ ਪਤਾ ਹੈ ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ ਹੈ, ਮਾਸ ਅਪੋਨ mass volume ਅਰਥ ਨੂੰ ਸਫੀਅਰ ਮੰਨ ਲਿਆ ਤਾਂ ਉਹਦਾ ਵੋਲਿਊਮ ਕਿੰਨਾ ਹੋਊਗਾ, ਵੋਲਿਊਮ ਇੱਥੇ ਚਲ ਗਿਆ 4/3 ਪਾਈ r ਕਿਊਬ, 4/3 ਪਾਈ r cube ਲੋ ਵੀ। ਮਤਲਬ ਪੂਰੇ ਕਿਹਦੀ ਵੈਲਿਊ ਪੁੱਟ ਕਰ ਦੋਗੇ, ਆਹ ਵਾਲੀ m ਦੀ ਜਗ੍ਹਾ ਕੀ ਪੁੱਟ ਕਰ ਦੋਗੇ, ਆਹ ਕਰ ਦਿਓ ਪੁੱਟ। ਚਲੋ ਵੀ 2 ਪਾਈ ਆ ਜੋ ਵੀ ਕਰੀਏ r plus h ਦਾ ਹੋਲ ਕਿਊਬ g m ਦੀ ਜਗ੍ਹਾ ਕਿਹੜੀ ਵੈਲਿਊ ਪੁੱਟ ਕਰਨੀ ਆ, ਆਹ 4/3 ਪਾਈ r ਕਿਊਬ ਰੋ। 3 ਚਲ ਗਿਆ ਉੱਪਰ, 3 ਕੀ ਚਲ ਗਿਆ। ਇੱਕ ਚੀਜ਼ ਹੋਰ ਕਰੀਏ, ਆ 2 ਪਾਈ ਵੀ ਅੰਦਰ ਲੈ ਆਈਏ। 2 ਪਾਈ ਅੰਦਰ ਆ ਕੇ ਕੀ ਬਣੂਗਾ, 4 ਪਾਈ ਸਕੁਅਰ ਕੀ ਬਣੂਗਾ, ਕਿਉਂਕਿ ਜਿਹੜੀ ਵੀ ਚੀਜ਼ ਅੰਡਰ ਰੂਟ ਦੇ ਅੰਦਰ ਜਾਂਦੀ ਹੈ ਉਹਦਾ ਸਕੁਅਰ ਹੋ ਕੇ ਜਾਂਦਾ ਹੁੰਦਾ ਹੈ। 2 ਅੰਦਰ ਜਾ ਕੇ ਕੀ ਬਣੂਗਾ 4, ਪਾਈ ਅੰਦਰ ਜਾ ਕੇ ਪਾਈ ਸਕੁਅਰ। ਵੈਰੀ ਗੁੱਡ। ਚਲੋ ਵੀ 4 ਪਾਈ ਸਕੁਅਰ r plus h ਦਾ ਹੋਲ ਕਿਊਬ। ਹੁਣ ਧਿਆਨ ਨਾਲ ਦੇਖਿਓ ਨੀਚੇ ਕੀ ਹੈ, ਆ 3 ਲੈ ਜਾ ਉੱਪਰ, ਕਿਉਂਕਿ 3 ਥੱਲੇ ਸੀ 3 ਉੱਪਰ ਚਲ ਗਿਆ। ਬਾਕੀ ਸਾਰੀ ਟਰਮ ਉਵੇਂ ਲਿਖ ਲਓ। ਹੁਣ ਆ ਜਾਓ ਕੈਂਸਲ ਕਰੀਏ, ਜਿਹੜੀ ਚੀਜ਼ ਕੈਂਸਲ ਹੁੰਦੀ ਹੈ 4 ਨਾਲ 4 ਕੈਂਸਲ, ਪਾਈ ਨਾਲ ਪਾਈ ਕੀ ਬਣ ਜਾਊਗਾ, ਆਨਸਰ ਕੀ ਰਹਿ ਜਾਊਗਾ, ਅੱਗੇ 3 plus r plus h ਦਾ ਹੋਲ ਕਿਊਬ ਡਿਵਾਈਡਡ ਬਾਈ g r ਕਿਊਬ ਰੋ। ਰੋ ਦੇਖੋ ਆਹੀ ਬਣਿਆ, ਲੱਗ ਗਿਆ ਪਤਾ। ਦੇਖਿਓ ਉਰੇ ਤੱਕ ਕੋਈ ਕਨਫਿਊਜ਼ਨ ਹੈ ਪੁੱਛ ਲਓ ਹੁਣੀ, ਦਿਮਾਗ 'ਚ ਰੱਟਾ ਨਹੀਂ ਮਾਰਨਾ, ਹਰੇਕ ਸਟੈਪ ਦੇਖ ਲਓ ਧਿਆਨ ਨਾਲ ਕੀ ਕੀਤਾ। ਮੈਂ ਕੀ ਕੀਤਾ, ਮਾਸ ਦੀ ਵੈਲਿਊ ਪੁੱਟ ਕਰਤੀ, ਉਹ 3 ਚੱਕ ਕੇ ਉੱਪਰ ਲੈ ਗਿਆ। ਉਹ ਤੋਂ ਬਾਅਦ ਇੱਕ